ਸਤਿ ਸ਼੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਨਾਲ ਮੈਂ ਹਰਸ਼ਰਨ ਕੌਰ। ਅੱਜ 23 ਸਤੰਬਰ ਹੈ, ਦਿਨ ਵੀਰਵਾਰ ਹੈ। ਅੱਜ ਦੇ ਦਿਨ ਦੀਆਂ ਖਾਸ ਤੇ ਵੱਡੀਆਂ ਖਬਰਾਂ ਤੁਹਾਨੂੰ ਦੱਸ ਦਿੰਦੇ ਹਾਂ। ਖਬਰਾਂ ਦੇ ਵਿਸਥਾਰ ਤੋਂ ਪਹਿਲਾਂ ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਬਾਬਾ ਸ਼ੇਖ ਫਰੀਦ ਜੀ ਦੇ ਆਗਮਨ ਪੁਰਬ ਦੀਆਂ ਲੱਖ-ਲੱਖ ਮੁਬਾਰਕਾਂ ਦਿੱਤੀਆਂ ਨੇ। ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਕੱਲ ਗੁਰਦੁਆਰਾ ਕਰਤਾਰਪੁਰ ਸਾਹਿਬ ਵਿਖੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਜੋਤੀ ਜੋਤ ਦਿਵਸ ਸਮਾਗਮ ਮਨਾਏ ਗਏ। ਹਾਲਾਂਕਿ ਐਸਜੀਪੀਸੀ ਦੇ ਵੱਲੋਂ 1 ਅਕਤੂਬਰ ਨੂੰ ਮਨਾਏ ਜਾਣਗੇ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਇਹਨਾਂ ਸਮਾਗਮਾਂ ਦੇ ਵਿੱਚ ਪਹੁੰਚੇ ਹੋਏ ਨੇ ਤੇ ਪਹਿਲੇ ਪਾਤਸ਼ਾਹ ਦੇ ਜੋਤੀ ਜੋਤ ਪੁਰਬ ਸਮਾਗਮਾਂ ਦੇ ਮੌਕੇ ਕਰਤਾਰਪੁਰ ਸਾਹਿਬ ਦਾ ਲਾਂਘਾ ਨਾ ਖੋਲ੍ਹੇ ਜਾਣ ਤੇ ਪੀਐਸਜੀਪੀਸੀ ਦੇ ਪ੍ਰਧਾਨ ਨੇ ਦੁੱਖ ਦਾ ਪ੍ਰਗਟਾਵਾ ਕੀਤਾ। ਪੰਜਾਬ ਦੇ ਵਿੱਚ ਕੌਣ ਬਣੇਗਾ ਮੰਤਰੀ ਵਾਲਾ ਜਿਹੜਾ ਸਵਾਲ ਹੈ ਜਲਦੀ ਹੱਲ ਹੁੰਦਾ ਦਿਖਾਈ ਦੇ ਰਿਹਾ ਹੈ। ਕਿਸੇ ਵੇਲੇ ਵੀ ਨਵੇਂ ਮੰਤਰੀਆਂ ਦਾ ਐਲਾਨ ਹੋ ਸਕਦਾ ਹੈ। ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ ਅਤੇ ਸੁਨੀਲ ਜਾਖੜ ਕੱਲ ਚੰਡੀਗੜ੍ਹ ਹਵਾਈ ਅੱਡੇ ਤੋਂ ਦਿੱਲੀ ਲਈ ਰਵਾਨਾ ਹੋਏ। ਰਾਹੁਲ ਤੇ ਪ੍ਰਿਯੰਕਾ ਗਾਂਧੀ ਸ਼ਿਮਲਾ ਤੋਂ ਵਾਇਆ ਚੰਡੀਗੜ੍ਹ ਦਿੱਲੀ ਜਾ ਰਹੇ ਸੀ। ਚੰਡੀਗੜ੍ਹ ਹਵਾਈ ਅੱਡੇ ਤੋਂ ਸੁਨੀਲ ਜਾਖੜ ਵੀ ਉਹਨਾਂ ਦੇ ਨਾਲ ਸ਼ਾਮਿਲ ਹੋਏ। ਖਬਰਾਂ ਮਿਲ ਰਹੀਆਂ ਨੇ ਕਿ ਸੁਨੀਲ ਜਾਖੜ ਹੁਣ ਨਾਰਾਜ਼ ਨੇ। ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਤੇ ਹਾਈ ਕਮਾਂਡ ਹੁਣ ਉਹਨਾਂ ਨੂੰ ਮਨਾਉਣ ਦੇ ਵਿੱਚ ਜੁਟ ਗਈ ਹੈ ਤੇ ਆਉਂਦੇ ਦਿਨਾਂ ਦੇ ਵਿੱਚ ਜਾਖੜ ਨੂੰ ਕੋਈ ਵੱਡੀ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ ਤੇ ਜੇ ਅੱਜ ਨਵੇਂ ਵਜ਼ੀਰਾਂ ਦਾ ਐਲਾਨ ਹੋ ਜਾਂਦਾ ਹੈ ਤਾਂ ਕੱਲ ਨੂੰ ਯਾਨੀ ਕਿ ਸ਼ੁੱਕਰਵਾਰ ਨੂੰ ਉਹਨਾਂ ਨੂੰ ਸਹੁੰ ਵੀ ਚੁਕਾਈ ਜਾ ਸਕਦੀ ਹੈ। ਨਵੀਂ ਕੈਬਨਿਟ ਦੀ ਸੂਚੀ ਕਹਿੰਦੇ ਤਿਆਰ ਹੋ ਚੁੱਕੀ ਹੈ। ਸੂਤਰ ਦੱਸਦੇ ਨੇ ਕਿ ਵਿਧਾਇਕ ਪ੍ਰਗਟ ਸਿੰਘ, ਕੁਲਜੀਤ ਸਿੰਘ ਨਾਗਰਾ ਅਤੇ ਰਾਜ ਕੁਮਾਰ ਵੇਰਕਾ ਨੂੰ ਵਜ਼ੀਰੀ ਮਿਲ ਸਕਦੀ ਹੈ। ਵਿਧਾਇਕ ਰਾਜਾ ਵੜਿੰਗ ਦੀ ਵਜ਼ੀਰੀ ਦਾ ਰਾਹ ਰੋਕਣ ਲਈ ਅੰਦਰੋਂ ਅੰਦਰੀ ਉਹਨਾਂ ਦੇ ਸਿਆਸੀ ਦੁਸ਼ਮਣ ਨੇ ਕਹਿੰਦੇ ਲੱਗੇ ਹੋਏ ਨੇ। ਸੁਰਜੀਤ ਸਿੰਘ ਧੀਮਾਨ ਤੇ ਸੰਗਤ ਸਿੰਘ ਗਿਲਜੀਆਂ ਚੋਂ ਇੱਕ ਨੂੰ ਮੰਤਰੀ ਦਾ ਅਹੁਦਾ ਜਿਹੜਾ ਉਹ ਦਿੱਤਾ ਜਾ ਸਕਦਾ ਹੈ। ਬ੍ਰਹਮ ਮਹਿੰਦਰਾ ਨੂੰ ਸਪੀਕਰ ਬਣਾਏ ਜਾਣ ਦੇ ਚਰਚੇ ਨੇ, ਜਿਨ੍ਹਾਂ ਨੂੰ ਪਹਿਲਾਂ ਉਪ ਮੁੱਖ ਮੰਤਰੀ ਬਣਾਏ ਜਾਣ ਦਾ ਐਲਾਨ ਕੀਤਾ ਗਿਆ ਸੀ। 4 ਤੋਂ 5 ਪੁਰਾਣੇ ਵਜ਼ੀਰਾਂ ਦੀ ਛਾਂਟੀ ਹੋਣ ਦੀ ਪੂਰੀ ਸੰਭਾਵਨਾ ਜਿਹੜੀ ਬਣੀ ਹੋਈ ਹੈ ਤੇ ਕਈ ਵਿਧਾਇਕ ਮੰਤਰੀ ਦਿੱਲੀ ਡੇਰੇ ਲਾ ਕੇ ਵੀ ਬੈਠੇ ਨੇ ਤੇ ਉਧਰ ਫੌਜੀ ਸਾਹਿਬ ਨੇ ਆਪਣੀਆਂ ਬੰਦੂਕਾਂ ਫਿਰ ਤੋਂ ਚੱਕ ਲਈਆਂ ਨੇ। ਸਿੱਧੂ ਵੱਲ ਨੂੰ ਸਿੱਧੀਆਂ ਬੰਦੂਕਾਂ ਕੈਪਟਨ ਸਾਹਿਬ ਨੇ ਤਾਣ ਦਿੱਤੀਆਂ ਨੇ। ਕਹਿੰਦੇ ਨਵਜੋਤ ਸਿੰਘ ਸਿੱਧੂ ਨੂੰ ਮੈਂ ਮੁੱਖ ਮੰਤਰੀ ਬਣਨ ਤੋਂ ਰੋਕਣ ਦਾ ਹਰ ਹੀਲਾ ਕਰਾਂਗਾ। ਕੈਪਟਨ ਨੇ ਪਹਿਲੀ ਵਾਰੀ ਖੁੱਲ੍ਹ ਕੇ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਤੇ ਵੀ ਨਿਸ਼ਾਨਾ ਸਾਧਿਆ। ਅਮਰਿੰਦਰ ਸਿੰਘ ਨੇ ਦੋਵੇਂ ਭੈਣ ਭਰਾਵਾਂ ਨੂੰ ਗੈਰ ਤਜਰਬੇਕਾਰ ਦੱਸਿਆ ਹੈ। ਧੜਾ-ਧੜ ਰਵੀਨ ਠਕੁਰਾਲ ਦੇ ਵੱਲੋਂ ਟਵੀਟ ਨੇ ਜਿਹੜੇ ਉਹ ਕੀਤੇ ਗਏ ਨੇ। ਕੈਪਟਨ ਅਮਰਿੰਦਰ ਸਿੰਘ ਦੇ ਇਹ ਬਿਆਨ ਨੇ ਪਰ ਟਵੀਟ ਰਵੀਨ ਠਕੁਰਾਲ ਨੇ ਕੀਤੇ ਨੇ। ਕੈਪਟਨ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੂੰ ਮੁੱਖ ਮੰਤਰੀ ਬਣਨ ਤੋਂ ਰੋਕਣ ਅਤੇ ਦੇਸ਼ ਨੂੰ ਸਿੱਧੂ ਤੋਂ ਬਚਾਉਣ ਲਈ ਮੈਂ ਹਰ ਕੁਰਬਾਨੀ ਦੇਣ ਨੂੰ ਤਿਆਰ ਹਾਂ ਕਿਉਂਕਿ ਸਿੱਧੂ ਦੇਸ਼ ਦੇ ਲਈ ਖਤਰਾ ਹੈ। ਕੈਪਟਨ ਨੇ ਦਾਅਵਾ ਕੀਤਾ ਕਿ ਆਉਂਦੀਆਂ ਚੋਣਾਂ ਦੇ ਵਿੱਚ ਮੈਂ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਮਜ਼ਬੂਤ ਉਮੀਦਵਾਰ ਖੜਾ ਕਰਾਂਗਾ। ਬੇਅਦਬੀ ਤੇ ਨਸ਼ੀਲੇ ਪਦਾਰਥਾਂ ਦੇ ਮਾਮਲੇ ਦੇ ਵਿੱਚ ਬਾਦਲਾਂ ਤੇ ਮਜੀਠੀਆ ਖਿਲਾਫ ਕਾਰਵਾਈ ਨਹੀਂ ਕੀਤੇ ਹੋਣ ਦੀਆਂ ਸ਼ਿਕਾਇਤਾਂ ਦੇ ਹਵਾਲੇ ਨਾਲ ਕੈਪਟਨ ਨੇ ਕਿਹਾ ਕਿ ਕਾਨੂੰਨ ਨੂੰ ਆਪਣਾ ਰਾਹ ਅਖਤਿਆਰ ਕਰਨ ਦੇਣ ਦੇ ਵਿੱਚ ਮੈਂ ਯਕੀਨ ਰੱਖਦਾ ਹਾਂ। ਕੈਪਟਨ ਨੇ ਕਿਹਾ ਕਿ ਪੰਜਾਬ ਕਾਂਗਰਸ ਨੂੰ ਸਿਰਫ ਪਾਰਟੀ ਦੇ ਮਾਮਲਿਆਂ ਤੇ ਹੀ ਬੋਲਣਾ ਚਾਹੀਦਾ ਪਰ ਪਾਰਟੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਮੁੱਖ ਮੰਤਰੀ ਚੰਨੀ ਦੇ ਆਲੇ ਦੁਆਲੇ ਇੰਜ ਦਿਖਾਈ ਦਿੰਦੇ ਨੇ ਜਿਵੇਂ ਚੰਨੀ ਉਹਨਾਂ ਦੀ ਕਠਪੁਤਲੀ ਹੋਣ। ਕੈਪਟਨ ਨੇ ਕਿਹਾ ਕਿ ਸਿੱਧੂ ਆਪਣਾ ਮੰਤਰਾਲਾ ਤਾਂ ਸਾਂਭ ਨਹੀਂ ਸਕੇ, ਹੁਣ ਕੈਬਨਿਟ ਚਲਾ ਰਿਹਾ ਹੈ। ਕੈਪਟਨ ਨੇ ਇਹ ਵੀ ਦਾਅਵਾ ਕੀਤਾ ਕਿ ਜੇ ਸਿੱਧੂ ਦੀਆਂ ਕੁਝੀਆਂ ਹਰਕਤਾਂ ਇਸੇ ਤਰ੍ਹਾਂ ਜਾਰੀ ਰਹੀਆਂ ਤਾਂ ਆਗਾਮੀ ਚੋਣਾਂ ਦੇ ਵਿੱਚ ਕਾਂਗਰਸ 9 ਤੋਂ ਵੱਧ ਸੀਟਾਂ ਜਿੱਤ ਹੀ ਨਹੀਂ ਸਕੇਗੀ। ਕੈਪਟਨ ਨੇ ਨਵੀਂ ਕੈਬਨਿਟ ਦੇ ਵਿਸਥਾਰ ਤੋਂ ਪਹਿਲਾਂ ਹੀ ਹਾਈ ਕਮਾਨ ਤੇ ਵੀ ਸਿੱਧੀ ਉਂਗਲ ਚੁੱਕੀ ਹੈ। ਕਿਹਾ ਕਿ ਹੁਣ ਦਿੱਲੀ ਤੋਂ ਪੰਜਾਬ ਨੂੰ ਚਲਾਇਆ ਜਾ ਰਿਹਾ ਹੈ ਜਦਕਿ ਮੈਂ ਜਦੋਂ ਮੁੱਖ ਮੰਤਰੀ ਹੁੰਦਾ ਸੀ ਤਾਂ ਯੋਗਤਾ ਦੇ ਲਿਹਾਜ਼ ਨਾਲ ਮੰਤਰੀਆਂ ਨੂੰ ਨਿਯੁਕਤ ਕਰਦਾ ਸੀ। ਉਹਨਾਂ ਸਵਾਲ ਕੀਤਾ ਕਿ ਵੇਣੂ ਗੋਪਾਲ ਜਾਂ ਰਣਦੀਪ ਸੁਰਜੇਵਾਲਾ ਜਿਹੇ ਕਾਂਗਰਸੀ ਲੀਡਰ ਕਿਵੇਂ ਫੈਸਲਾ ਕਰ ਸਕਦੇ ਨੇ ਕਿ ਕਿਸ ਮੰਤਰਾਲੇ ਦੇ ਲਈ ਕਿਹੜਾ ਮੰਤਰੀ ਚੰਗਾ ਹੈ। ਅਸਤੀਫੇ ਦੀ ਗੱਲ ਤੇ ਕੈਪਟਨ ਨੇ ਕਿਹਾ ਕਿ ਜੇ ਸੋਨੀਆ ਗਾਂਧੀ ਬੁਲਾ ਕੇ ਪਹਿਲਾਂ ਆਖ ਦਿੰਦੇ ਤਾਂ ਕਿਸੇ ਵੇਲੇ ਵੀ ਮੈਂ ਅਹੁਦਾ ਛੱਡ ਸਕਦਾ ਸੀ। ਜਦੋਂ ਵੀ ਮੈਨੂੰ ਕਹਿੰਦੇ ਉਸੇ ਵੇਲੇ ਮੈਂ ਅਹੁਦਾ ਛੱਡ ਦਿੰਦਾ। ਅਮਰਿੰਦਰ ਨੇ ਇਹ ਵੀ ਕਹਿ ਦਿੱਤਾ ਕਿ ਵਿਰੋਧੀ ਸੁਰਾਂ ਵਾਲੇ ਜੋ ਖਣਨ ਮਾਫੀਏ ਨੂੰ ਲੈ ਕੇ ਮੰਤਰੀਆਂ ਵਿਰੁੱਧ ਸ਼ਿਕਾਇਤਾਂ ਕਰਦੇ ਨੇ ਉਹੀ ਮੰਤਰੀ ਹੁਣ ਇਹਨਾਂ ਲੀਡਰਾਂ ਦੇ ਨਾਲ ਨੇ। ਚਰਨਜੀਤ ਸਿੰਘ ਚੰਨੀ ਬਾਰੇ ਬੋਲਦਿਆਂ ਕਿਹਾ ਕਿ ਗ੍ਰਹਿ ਵਿਭਾਗ ਚਲਾਉਣ ਦਾ ਚੰਨੀ ਕੋਲ ਉੱਕਾ ਹੀ ਤਜਰਬਾ ਨਹੀਂ ਹੈ ਤੇ ਉੱਤੋਂ ਸਰਹੱਦੀ ਸੂਬੇ ਵਿੱਚ ਹਾਲਤ ਗੰਭੀਰ ਹੁੰਦੀ ਜਾ ਰਹੀ ਹੈ। ਚੰਨੀ ਦੇ ਬਿੱਲ ਮਾਫੀ ਦੇ ਐਲਾਨ ਤੇ ਕਿਹਾ ਕਿ ਮੁੱਖ ਮੰਤਰੀ ਨੂੰ ਪਹਿਲਾਂ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਨਾਲ ਸਲਾਹ ਮਸ਼ਵਰਾ ਕਰ ਲੈਣਾ ਚਾਹੀਦਾ ਸੀ। ਕੈਪਟਨ ਨੇ ਆਸ ਜਤਾਈ ਕਿ ਮੈਂ ਉਮੀਦ ਕਰਦਾ ਪੰਜਾਬ ਅੱਗੇ ਜਾ ਕੇ ਦਿਵਾਲੀਆ ਨਹੀਂ ਬਣੂਗਾ। ਤੇ ਚਰਨਜੀਤ ਸਿੰਘ ਚੰਨੀ ਕੱਲ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ। ਕਿਹਾ ਕਿ ਹੁਣ ਰਾਜ ਹੈ ਜਿਹੜਾ ਧਰਮ ਦੇ ਅਨੁਸਾਰ ਚੱਲੇਗਾ। ਹਰ ਧਰਮ ਤੇ ਵਰਨ ਨੂੰ ਬਰਾਬਰ ਦਾ ਜਿਹੜਾ ਮਾਨ ਸਨਮਾਨ ਮਿਲੇਗਾ। ਇਸ ਦੇ ਨਾਲ ਖਟਕੜ ਕਲਾਂ ਵਿਖੇ ਵੀ ਪਹੁੰਚੇ ਤੇ ਚਰਨਜੀਤ ਚੰਨੀ ਕੱਲ ਜਲੰਧਰ ਦੇ ਡੇਰਾ ਸੱਚ
ਸੱਚਖੰਡ ਬੱਲਾਂ ਦੇ ਵਿੱਚ ਵੀ ਨਤਮਸਤਕ ਹੋਣ ਲਈ ਪਹੁੰਚੇ ਤੇ ਮੁੱਖ ਮੰਤਰੀ ਨੇ ਗੁਰੂ ਰਵਿਦਾਸ ਦੇ ਨਾਂ ਤੇ ਚਿਰ ਸਥਾਪਿਤ ਕਰਨ ਦਾ ਐਲਾਨ ਕੀਤਾ। ਡਾਕਟਰ BR ਅੰਬੇਡਕਰ ਮਿਊਜ਼ੀਅਮ ਦਾ ਅੱਜ ਨੀਂਹ ਪੱਥਰ ਰੱਖਿਆ ਜਾਵੇਗਾ ਕਪੂਰਥਲਾ ਦੇ ਵਿੱਚ। ਮੁੱਖ ਮੰਤਰੀ ਅੱਜ ਸਵੇਰੇ 11 ਵਜੇ IK ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਕਪੂਰਥਲਾ ਦੇ ਵਿੱਚ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਨੂੰ ਸਮਰਪਿਤ ਮਿਊਜ਼ੀਅਮ ਦਾ ਨੀਂਹ ਪੱਥਰ ਰੱਖਣਗੇ। ਤੇ ਉਧਰ ਪੂਰੇ ਪੰਜਾਬ ਦੇ ਵਿੱਚ PRTC ਬੱਸਾਂ ਤੋਂ ਕੈਪਟਨ ਸਾਹਿਬ ਦੇ ਇਸ਼ਤਿਹਾਰੀ ਪੋਸਟਰ ਨੇ ਜਿਹੜੇ ਉਹ ਹਟਾਏ ਜਾ ਰਹੇ ਨੇ ਤੇ ਅਗਲੇ ਪੜਾਅ ਦੇ ਵਿੱਚ ਪੰਜਾਬ ਰੋਡਵੇਜ਼ ਦੀਆਂ ਬੱਸਾਂ ਅਤੇ ਸ਼ਹਿਰਾਂ ਦੇ ਵਿੱਚ ਲੱਗੇ ਫਲੈਕਸਾਂ ਤੇ ਵੀ ਕੈਂਚੀ ਚੱਲੇਗੀ ਅਤੇ ਕੈਪਟਨ ਸਾਹਿਬ ਦੀ ਤਸਵੀਰ ਹੁਣ ਪੰਜਾਬ ਦੇ ਵਿੱਚ ਤੁਹਾਨੂੰ ਲੱਭਦਿਆਂ ਨਹੀਂ ਲੱਭੇਗੀ, ਕਿਉਂਕਿ ਹੁਣ ਚੰਨੀ ਚੰਨੀ ਹੋ ਗਈ ਹੈ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਬੇਅਦਬੀ ਮਾਮਲੇ ਦੇ ਵਿੱਚ SGPC ਨੇ ਹੈੱਡ ਗ੍ਰੰਥੀ ਤੇ ਮੈਨੇਜਰ ਦੀ ਬਦਲੀ ਕਰ ਦਿੱਤੀ ਹੈ। ਕੱਲ੍ਹ ਸਿੱਖ ਜਥੇਬੰਦੀਆਂ ਨੇ ਜਥੇਦਾਰ ਹੈੱਡ ਗ੍ਰੰਥੀ ਤੇ ਮੈਨੇਜਰ ਦੇ ਅਸਤੀਫੇ ਮੰਗੇ ਨੇ। ਜਥੇਦਾਰ ਸਾਹਿਬ ਜਲੰਧਰ ਦੇ ਹਸਪਤਾਲ ਦੇ ਵਿੱਚ ਦਾਖਲ ਹੋ ਗਏ ਨੇ। ਕਿਹਾ ਜਾ ਰਿਹਾ ਕਿ ਉਹਨਾਂ ਨੂੰ ਦਿਲ ਦਾ ਦੌਰਾ ਪਿਆ ਹੈ। ਸਿੱਖ ਜਥੇਬੰਦੀਆਂ ਸਮੇਤ SGPC ਪ੍ਰਧਾਨ ਬੀਬੀ ਜਗੀਰ ਕੌਰ ਨੇ ਦੋਸ਼ੀ ਦੇ ਨਾਰਕੋ ਟੈਸਟ ਦੀ ਮੰਗ ਕੀਤੀ ਹੈ। ਮੋਹਾਲੀ ਦੀ ਵਿਸ਼ੇਸ਼ CBI ਅਦਾਲਤ ਨੇ ਕਰੀਬ 3 ਦਹਾਕੇ ਪਹਿਲਾਂ ਝੂਠੇ ਪੁਲਿਸ ਮੁਕਾਬਲੇ ਦੇ ਵਿੱਚ ਪੰਜਾਬ ਪੁਲਿਸ ਦੇ ਇੱਕ ਸੇਵਾ ਮੁਕਤ ਇੰਸਪੈਕਟਰ ਅਮਰੀਕ ਸਿੰਘ ਨੂੰ ਦੋਸ਼ੀ ਐਲਾਨ ਦਿੱਤਾ ਹੈ ਤੇ ਅੱਜ ਉਸ ਨੂੰ ਸਜ਼ਾ ਸੁਣਾਈ ਜਾਵੇਗੀ। ਇਸ ਮਾਮਲੇ ਵਿੱਚ ਮੁੱਖ ਮੁਲਜ਼ਮ ਦੱਸੇ ਜਾਂਦੇ ਸੇਵਾ ਮੁਕਤ ਸਬ ਇੰਸਪੈਕਟਰ ਵਸਣ ਸਿੰਘ ਦੀ ਮੌਤ ਹੋ ਚੁੱਕੀ ਹੈ। 1992 ਦਾ ਮਾਮਲਾ ਹੈ, ਜਦੋਂ ਬਿਆਸ ਤੋਂ ਸਿੱਖ ਨੌਜਵਾਨ ਨੂੰ ਘਰੋਂ ਚੁੱਕ ਕੇ ਪੁਲਿਸ ਮੁਕਾਬਲਾ ਦਿਖਾਇਆ ਸੀ। ਮਰ ਚੁੱਕਿਆ ਸਬ ਇੰਸਪੈਕਟਰ ਉਸ ਵਕਤ ਬਿਆਸ ਥਾਣੇ ਵਿੱਚ ਬਤੌਰ SHO ਤੈਨਾਤ ਸੀ। ਪੁਲਿਸ ਨੇ ਇੱਕ ਸਿੱਖ ਨੌਜਵਾਨ ਗੁਰਬਿੰਦਰ ਸਿੰਘ ਨੂੰ ਘਰੋਂ ਚੁੱਕ ਕੇ ਬਾਅਦ ਵਿੱਚ ਪੁਲਿਸ ਮੁਕਾਬਲੇ ਵਿੱਚ ਮਰਿਆ ਦਿਖਾਇਆ ਸੀ। ਪੀੜਿਤ ਪਰਿਵਾਰ ਦੇ ਵਕੀਲ ਪੁਸ਼ਪਿੰਦਰ ਸਿੰਘ ਨੱਤ ਨੇ ਦੱਸਿਆ ਕਿ 1992 ਦੇ ਵਿੱਚ ਪੰਜਾਬ ਪੁਲਿਸ ਨੇ ਬਿਆਸ ਚੋਂ ਚੰਨਣ ਸਿੰਘ ਨਾਂ ਦੇ ਵਿਅਕਤੀ ਨੂੰ 21 ਜੁਲਾਈ 1992 ਦੀ ਸ਼ਾਮ ਨੂੰ ਘਰੋਂ ਚੁੱਕ ਕੇ ਜਲੰਧਰ ਦੇ ਇੱਕ ਥਾਣੇ ਦੀ ਹਵਾਲਾਤ ਵਿੱਚ ਰੱਖਿਆ ਤੇ ਉਸ ਤੇ ਤਸ਼ੱਦਦ ਢਾਇਆ ਸੀ। 2 ਦਿਨਾਂ ਬਾਅਦ ਹੀ ਪੁਲਿਸ ਨੇ ਚੰਨਣ ਸਿੰਘ ਦੇ ਪੁੱਤਰ ਗੁਰਬਿੰਦਰ ਸਿੰਘ ਨੂੰ ਜਲੰਧਰ ਰਹਿੰਦੇ ਉਸਦੇ ਭਰਾ ਸਵਰਨ ਸਿੰਘ ਦੇ ਘਰੋਂ ਚੁੱਕ ਲਿਆ ਤੇ ਪਿੰਡ ਦੇ ਮੋਹਤਬਰ ਵਿਅਕਤੀਆਂ ਦੀ ਅਪੀਲ ਤੇ ਛੱਡ ਦਿੱਤਾ ਸੀ ਤੇ 24 ਜੁਲਾਈ ਨੂੰ ਪੁਲਿਸ ਮੁਕਾਬਲੇ ਦੇ ਵਿੱਚ ਗੁਰਬਿੰਦਰ ਸਿੰਘ ਨੂੰ ਮਾਰਿਆ ਦੱਸ ਕੇ ਉਸ ਤੇ ਕੇਸ ਦੀ ਫਾਈਲ ਬੰਦ ਕਰ ਦਿੱਤੀ ਸੀ ਤੇ ਅੱਜ 30 ਸਾਲਾਂ ਬਾਅਦ ਇਸ ਕੇਸ ਦੇ ਵਿੱਚ ਜਿਹੜਾ ਅਸਲ ਦੋਸ਼ੀ ਹੈ ਉਸ ਨੂੰ ਹੀ ਦੋਸ਼ੀ ਐਲਾਨਿਆ ਗਿਆ। ਹੁਣ ਪੀੜਤ ਪਰਿਵਾਰ ਨੂੰ ਉਡੀਕ ਹੈ ਕਿ ਅੱਜ ਉਸ ਨੂੰ ਸਜ਼ਾ ਕੀ ਦਿੱਤੀ ਜਾਏਗੀ। ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਵੱਲੋਂ ਜਿਹੜਾ ਪਟਿਆਲੇ ਦੇ ਵਿੱਚ ਮੋਰਚਾ ਲਾਇਆ ਜਾ ਰਿਹਾ ਸੀ, ਹੁਣ ਉਹਨਾਂ ਨੇ ਰੁਖ ਮੋਰਿੰਡੇ ਵੱਲ ਕਰ ਦਿੱਤਾ ਹੈ। 2 ਅਕਤੂਬਰ ਵਾਲਾ ਪੱਕਾ ਮੋਰਚਾ ਹੁਣ ਮੋਰਿੰਡਾ ਦੇ ਵਿੱਚ ਲਾਇਆ ਜਾਵੇਗਾ, ਇਸ ਦਾ ਐਲਾਨ ਕਰ ਦਿੱਤਾ ਗਿਆ ਹੈ। ਮਾਲਵਾ ਪੱਟੀ ਖਾਸ ਕਰਕੇ ਮਾਨਸਾ ਸਰਦੂਲਗੜ੍ਹ ਬਠਿੰਡਾ ਇਲਾਕੇ ਦੇ ਵਿੱਚ ਗੁਲਾਬੀ ਸੁੰਡੀ ਤੋਂ ਅੱਕੇ ਕਿਸਾਨ ਹੁਣ ਨਰਮਾ ਵਾਹੁਣ ਲੱਗੇ ਨੇ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਵੱਲੋਂ ਮੁਆਵਜ਼ਾ ਲੈਣ ਦੀ ਮੰਗ ਦੇ ਵਿੱਚ DC ਦਫ਼ਤਰ ਮੂਹਰੇ 30 ਸਤੰਬਰ ਨੂੰ ਧਰਨੇ ਦਿੱਤੇ ਜਾਣਗੇ ਤੇ ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਨੇ ਨਰਮਾ ਪੱਟੀ ਵਿੱਚ ਨਕਲੀ ਬੀਜ ਅਤੇ ਕੀਟਨਾਸ਼ਕਾਂ ਕਰਕੇ ਖਰਾਬ ਹੋਈ ਹਜ਼ਾਰਾਂ ਏਕੜ ਨਰਮੇ ਦੀ ਫਸਲ ਲਈ ਵਿਸ਼ੇਸ਼ ਗਿਰਦਾਵਰੀ ਕਰਕੇ 50,000 ਪ੍ਰਤੀ ਏਕੜ ਮੁਆਵਜ਼ਾ ਦੇਣ ਅਤੇ ਨਕਲੀ ਬੀਜਾਂ ਤੇ ਕੀਟਨਾਸ਼ਕ ਦੇਣ ਵਾਲੀਆਂ ਕੰਪਨੀਆਂ ਖਿਲਾਫ ਪਰਚੇ ਦਰਜ ਕਰਨ ਦੀ ਮੰਗ ਕੀਤੀ ਹੈ। ਇਲਜ਼ਾਮ ਹੈ ਕਿ ਦਵਾਈਆਂ ਵਾਲੀਆਂ ਜਿਹੜੀਆਂ ਕੰਪਨੀਆਂ ਨੇ ਉਹਨਾਂ ਦੇ ਕਹਿਣ ਤੇ ਕਿਸਾਨਾਂ ਨੇ ਜਿਹੜੀਆਂ ਦਵਾਈਆਂ ਦਾ ਛਿੜਕਾਅ ਕੀਤਾ ਉਸੇ ਕਰਕੇ ਫਸਲ ਬਰਬਾਦ ਹੋਈ ਹੈ, ਜਿਹੜੀ ਕਿ ਗੁਲਾਬੀ ਸੁੰਡੀ ਪੈਦਾ ਕਰਨ ਦੇ ਵਿੱਚ ਜ਼ਰੀਆ ਬਣੀ ਹੈ। ਪੰਜਾਬ ਸਰਕਾਰ ਦੇ ਵੱਲੋਂ ਝੋਨੇ ਦੀ ਫਰਜ਼ੀ ਖਰੀਦ ਰੋਕਣ ਲਈ ਤਲਾਸ਼ੀ ਮੁਹਿੰਮ ਵਿੱਢ ਦਿੱਤੀ ਗਈ ਹੈ। ਹੁਣ ਪੰਜਾਬ ਦੇ ਵਿੱਚ ਚੌਲ ਮਿੱਲਾਂ ਦੀ ਤਲਾਸ਼ੀ ਹੋਵੇਗੀ। 1 ਅਕਤੂਬਰ ਤੋਂ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋਣੀ ਹੈ, ਉਸ ਤੋਂ ਪਹਿਲਾਂ ਚੈਕਿੰਗ ਹੋਵੇਗੀ ਤੇ ਇਸ ਦਰਮਿਆਨ ਇਹ ਵੀ ਤੁਹਾਨੂੰ ਦੱਸ ਦਈਏ ਕਿ ਕੇਂਦਰ ਸਰਕਾਰ ਨੇ ਨਵਾਂ ਹੁਕਮ ਚਾੜ ਦਿੱਤਾ ਹੈ ਕਿ ਪੰਜਾਬ ਦੇ ਵਿੱਚ 2018-19 ਤੇ 2019-20 ਵਿੱਚ ਵਿਕੇ ਝੋਨੇ ਦੇ ਆਧਾਰ ਤੇ ਹੀ ਪੰਜਾਬ 'ਚੋਂ ਝੋਨੇ ਦੀ ਖਰੀਦ ਕੀਤੀ ਜਾਵੇਗੀ। ਚਾਹੇ ਐਤਕੀ ਕਿੰਨਾ ਮਰਜ਼ੀ ਵੱਧ ਝੋਨਾ ਜਿਹੜਾ ਉਹ ਪੈਦਾ ਹੋਇਆ ਹੋਵੇ, ਪਰ ਖਰੀਦਾਂਗੇ ਓਨਾ ਹੀ ਜਿੰਨਾ 2 ਸਾਲਾਂ 2018-19 ਤੇ 19-20 ਦੇ ਵਿੱਚ ਖਰੀਦਿਆ ਗਿਆ ਸੀ। ਇਸ ਦੇ ਨਾਲ ਹੁਣ ਕਿਸਾਨਾਂ ਮੂਹਰੇ ਨਵੀਂ ਮੁਸੀਬਤ ਬਣ ਗਈ ਹੈ ਕਿ ਬਾਕੀ ਦਾ ਝੋਨਾ ਕਿਸਾਨ ਕਿਹਨੂੰ ਵੇਚਣਗੇ, ਕਿੱਥੇ ਸੁੱਟਣਗੇ, ਕਿੱਥੇ ਰੱਖਣਗੇ। ਜਥੇਦਾਰ ਹਰਪ੍ਰੀਤ ਸਿੰਘ ਦੇ ਕਿਹੜੇ ਬਿਆਨ ਨੂੰ ਲੈ ਕੇ ਹੁਣ ਵਿਵਾਦ ਬਣ ਗਿਆ ਹੈ। HS ਫੂਲਕਾ ਨੂੰ ਜਨਤਕ ਚਿੱਠੀ ਹੈ ਜਿਹੜੀ ਉਹ ਜਥੇਦਾਰ ਨੂੰ ਲਿਖਣੀ ਪਈ ਹੈ। ਆਮ ਆਦਮੀ ਪਾਰਟੀ ਨੇ ਮੰਗ ਕੀਤੀ ਹੈ ਕਿ ਚਰਨਜੀਤ ਸਿੰਘ ਚੰਨੀ ਨਵੇਂ ਮੁੱਖ ਮੰਤਰੀ ਬਣੇ ਨੇ ਤਾਂ ਆਪਣੇ ਭ੍ਰਿਸ਼ਟ ਮੰਤਰੀਆਂ ਦੇ ਖਿਲਾਫ ਕਾਰਵਾਈ ਕਰਨ। 5 ਕਾਂਗਰਸੀ ਮੰਤਰੀਆਂ ਦੇ ਨਾਮ ਲਏ ਨੇ ਆਪ ਲੀਡਰਾਂ ਨੇ। ਇਹਨਾਂ ਦੇ ਵਿੱਚੋਂ ਸਾਧੂ ਸਿੰਘ ਧਰਮਸੋਤ, ਬਲਵੀਰ ਸਿੰਘ ਸਿੱਧੂ, ਰਾਣਾ ਗੁਰਮੀਤ ਸਿੰਘ ਸੋਢੀ, ਭਾਰਤ ਭੂਸ਼ਣ ਆਸ਼ੂ ਅਤੇ ਸ਼ਾਮ ਸੁੰਦਰ ਅਰੋੜਾ ਦੇ ਖਿਲਾਫ ਕਈ ਦਸਤਾਵੇਜ਼ ਜਨਤਕ ਹੋ ਚੁੱਕੇ ਨੇ ਤੇ ਉਹਨਾਂ ਦਸਤਾਵੇਜ਼ਾਂ ਦੇ ਨਾਲ ਕੱਲ੍ਹ ਹਰਪਾਲ ਸਿੰਘ ਚੀਮਾ ਨੇ ਪ੍ਰੈਸ ਕਾਨਫਰੰਸ ਕੀਤੀ।
ਸੁਖਬੀਰ ਬਾਦਲ ਨੇ ਵੀ ਚੰਨੀ ਤੇ ਸਵਾਲਾਂ ਦੀ ਝੜੀ ਲਾ ਦਿੱਤੀ ਹੈ। ਮੈਨੀਫੈਸਟੋ ਵਾਲੇ ਵਾਅਦੇ ਯਾਦ ਕਰਵਾਏ ਨੇ ਕਿ ਜੋ ਕੈਪਟਨ ਨੇ ਵਾਅਦੇ ਕੀਤੇ ਸੀ ਕਦੋਂ ਪੂਰੇ ਕਰ ਰਹੇ ਹੋ, ਤੇ ਨਾਲ ਹੀ ਕਿਹਾ ਹੈ ਕਿ ਮੁੱਖ ਮੰਤਰੀ ਦਾ ਚਿਹਰਾ ਹੁਣ ਕਾਂਗਰਸ ਜਨਤਕ ਕਰੇ ਆਉਂਦੀਆਂ ਚੋਣਾਂ ਦੇ ਵਿੱਚ ਉਹਨਾਂ ਦਾ ਮੁੱਖ ਮੰਤਰੀ ਕੌਣ ਹੋਏਗਾ। ਬਰਤਾਨੀਆ ਦੀ ਸਰਕਾਰ ਨੇ ਭਾਰਤ ਵਿੱਚ ਬਣੀ ਆਕਸਫੋਰਡ ਐਸਟਰਾਜ਼ੈਨੇਕਾ ਦੀ ਕੋਵਿਡ-19 ਵੈਕਸੀਨ ਕੋਵਿਸ਼ੀਲਡ ਨੂੰ ਮਾਨਤਾ ਦੇ ਕੇ ਮੁਲਕ ਦੇ ਵਿੱਚ ਸਫ਼ਰ ਕਰਨ ਵਾਲਿਆਂ ਨੂੰ ਵੱਡੀ ਰਾਹਤ ਦਿੱਤੀ ਹੈ, ਪਰ ਇਹਦੇ ਵਿੱਚ ਭਾਰਤੀ ਸ਼ਾਮਲ ਨਹੀਂ ਹਨ। ਭਾਰਤੀਆਂ ਨੂੰ ਬਰਤਾਨੀਆ ਪਹੁੰਚਣ ਤੇ 10 ਦਿਨਾਂ ਦੇ ਇਕਾਂਤਵਾਸ ਅਤੇ ਹੋਰ ਨਿਯਮਾਂ ਦੀ ਪਾਲਣਾ ਕਰਨੀ ਹੀ ਪਵੇਗੀ, ਚਾਹੇ ਉਹਨਾਂ ਨੇ ਕੋਵਿਸ਼ੀਲਡ ਦੇ ਦੋਵੇਂ ਟੀਕੇ ਲਵਾਏ ਹੋਣ। ਬਰਤਾਨੀਆ ਦੇ ਵਿੱਚ ਕੌਮਾਂਤਰੀ ਸਫ਼ਰ ਦੇ ਨਵੇਂ ਨਿਯਮ 4 ਅਕਤੂਬਰ ਤੋਂ ਲਾਗੂ ਹੋ ਜਾਣਗੇ, ਪਰ ਭਾਰਤ ਉਹਨਾਂ 17 ਮੁਲਕਾਂ ਦੀ ਸੂਚੀ ਵਿੱਚ ਸ਼ਾਮਲ ਨਹੀਂ ਹੈ ਜਿਨ੍ਹਾਂ ਦੀ ਵੈਕਸੀਨ ਸੂਚੀ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਭਾਰਤ ਸ਼ਾਮਲ ਕਿਉਂ ਨਹੀਂ ਹੈ, ਇਸ ਮਸਲੇ ਤੇ ਯੂਕੇ ਨੇ ਕਿਹਾ ਹੈ ਕਿ ਜੇਕਰ ਭਾਰਤੀ ਮੁਸਾਫਰਾਂ ਨੂੰ ਕੋਵਿਸ਼ੀਲਡ ਦੀਆਂ ਦੋਵੇਂ ਖੁਰਾਕਾਂ ਲੱਗੀਆਂ ਵੀ ਹੋਣ ਤਾਂ ਵੀ ਉਹਨਾਂ ਨੂੰ 10 ਦਿਨਾਂ ਦੇ ਇਕਾਂਤਵਾਸ ਵਿੱਚ ਰਹਿਣਾ ਪਵੇਗਾ, ਕਿਉਂਕਿ ਕੋਵਿਸ਼ੀਲਡ ਵੈਕਸੀਨ ਨਹੀਂ ਬਲਕਿ ਵੈਕਸੀਨ ਸਰਟੀਫਿਕੇਟ ਮੁੱਖ ਮੁੱਦਾ ਹੈ ਤੇ ਭਾਰਤ ਤੇ ਬਰਤਾਨੀਆ ਇਸ ਮਾਮਲੇ ਨੂੰ ਸੁਲਝਾਉਣ ਦੇ ਲਈ ਆਪਸ ਵਿੱਚ ਗੱਲਬਾਤ ਕਰ ਰਹੇ ਨੇ। ਬਰਤਾਨੀਆ ਭਾਰਤ ਸਰਕਾਰ ਨਾਲ ਇਸ ਮੁੱਦੇ ਤੇ ਗੱਲਬਾਤ ਕਰ ਰਿਹਾ ਹੈ ਕਿ ਭਾਰਤ ਵਿੱਚ ਜਨ ਸਿਹਤ ਸੰਸਥਾ ਤੋਂ ਟੀਕਾਕਰਨ ਕਰਵਾ ਚੁੱਕੇ ਲੋਕਾਂ ਲਈ ਟੀਕਾ ਸਰਟੀਫਿਕੇਟ ਦੀ ਆਪਣੀ ਮਨਜ਼ੂਰੀ ਦਾ ਉਹ ਵਿਸਥਾਰ ਕਿਵੇਂ ਕਰੇ। ਕਿਸਾਨਾਂ ਦੇ ਵੱਲੋਂ ਭਾਰਤ ਬੰਦ ਦੇ ਸੱਦੇ ਨੂੰ ਸਫਲ ਬਣਾਉਣ ਦੇ ਲਈ ਪੂਰੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਤੇ ਕੱਲ ਕਿਸਾਨਾਂ ਨੂੰ ਦਿੱਲੀ ਦੀਆਂ ਹੱਦਾਂ ਤੇ ਬੈਠਿਆਂ ਨੂੰ 300 ਦਿਨ ਪੂਰੇ ਹੋ ਗਏ ਨੇ। ਮੋਰਚੇ ਨੇ ਕਿਹਾ ਕਿ ਲੱਖਾਂ ਕਿਸਾਨਾਂ ਦੀ ਇੱਛਾ ਤੇ ਦ੍ਰਿੜ ਇਰਾਦੇ ਦੀ ਗਵਾਹੀ ਭਰਦਾ ਮੋਰਚਾ ਹੋਰ ਮਜ਼ਬੂਤ ਹੋਵੇਗਾ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਹੁਣ ਖਬਰਾਂ ਵਿਸਥਾਰ ਦੇ ਨਾਲ। ਪੰਜਾਬ ਦੀਆਂ ਅਹਿਮ ਖਬਰਾਂ ਦੇ ਵਿੱਚ ਤਖਤ ਸ੍ਰੀ ਕੇਸਗੜ੍ਹ ਸਾਹਿਬ ਬੇਅਦਬੀ ਮਾਮਲੇ ਦੇ ਵਿੱਚ ਵੱਡੀ ਅਪਡੇਟ ਹੈ, ਉਹ ਤੁਹਾਨੂੰ ਦੱਸਦੇ ਹਾਂ। ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਵਾਪਰੇ ਬੇਅਦਬੀ ਦੇ ਮਾਮਲੇ ਦੇ ਨਾਲ ਜੁੜੀ ਵੱਡੀ ਖਬਰ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖ ਸੰਗਤ ਦੇ ਤਿੱਖੇ ਵਿਰੋਧ ਤੋਂ ਬਾਅਦ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੁੱਖ ਗ੍ਰੰਥੀ ਅਤੇ ਮੈਨੇਜਰ ਦੀ ਬਦਲੀ ਕਰ ਦਿੱਤੀ ਹੈ। ਸਿੱਖ ਸੰਗਤ ਦੇ ਵੱਲੋਂ ਲਗਾਤਾਰ ਇੱਥੇ ਵਿਰੋਧ ਕੀਤਾ ਜਾ ਰਿਹਾ ਸੀ। ਉਸ ਤੋਂ ਬਾਅਦ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਫੂਲਾ ਸਿੰਘ ਨੂੰ ਬਦਲ ਕੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਟਿਆਲਾ ਦੇ ਹੈੱਡ ਗ੍ਰੰਥੀ ਲਾ ਦਿੱਤਾ ਗਿਆ ਹੈ ਤੇ ਪਟਿਆਲਾ ਦੇ ਹੈੱਡ ਗ੍ਰੰਥੀ ਗਿਆਨੀ ਪ੍ਰਨਾਮ ਸਿੰਘ ਨੂੰ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਨਿਯੁਕਤ ਕਰ ਦਿੱਤਾ ਗਿਆ। ਇਸੇ ਤਰ੍ਹਾਂ ਕੇਸਗੜ੍ਹ ਸਾਹਿਬ ਦੇ ਮੈਨੇਜਰ ਮਲਕੀਤ ਸਿੰਘ ਨੂੰ ਗੁਰਦੁਆਰਾ ਨਾਡਾ ਸਾਹਿਬ ਪੰਚਕੂਲਾ ਤੇ ਉੱਥੋਂ ਦੇ ਮੈਨੇਜਰ ਭਗਵੰਤ ਸਿੰਘ ਨੂੰ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਲਾ ਦਿੱਤਾ ਗਿਆ ਹੈ। ਗਿਆਨੀ ਫੂਲਾ ਸਿੰਘ ਨੂੰ ਤੁਰੰਤ ਹੀ ਰਿਲੀਵ ਕਰਕੇ ਇੱਥੋਂ ਭੇਜ ਦਿੱਤਾ ਗਿਆ ਹੈ। ਗਿਆਨੀ ਫੂਲਾ ਸਿੰਘ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਪਿਛਲੇ ਕਈ ਸਮੇਂ ਤੋਂ ਕਈ ਸਾਲਾਂ ਤੋਂ ਇੱਥੇ ਆਪਣੀ ਸੇਵਾ ਜਿਹੜੀ ਉਹ ਨਿਭਾ ਰਹੇ ਸੀ। ਪਿਛਲੇ ਦਿਨੀ ਅਸੀਂ ਵੀ ਜਦੋਂ ਅਨੰਦਪੁਰ ਸਾਹਿਬ ਗਏ ਸੀ ਤਾਂ ਅਸੀਂ ਗਿਆਨੀ ਫੂਲਾ ਸਿੰਘ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਸੀ, ਉਹਨਾਂ ਨੂੰ ਆਪਣਾ ਪੱਖ ਰੱਖਣ ਦੀ ਅਪੀਲ ਵੀ ਕੀਤੀ ਸੀ, ਪਰ ਉਹਨਾਂ ਨੇ ਆਪਣੀ ਮਜਬੂਰੀ ਹੈ ਜਿਹੜੀ ਉਹ ਜ਼ਾਹਿਰ ਕਰ ਦਿੱਤੀ ਸੀ ਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਇਸ ਵਕਤ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਨੇ। ਕਿਹਾ ਜਾ ਰਿਹਾ ਹੈ ਕਿ ਉਹਨਾਂ ਨੂੰ ਦਿਲ ਦਾ ਦੌਰਾ ਪਿਆ ਹੈ। ਹਾਲਾਂਕਿ ਅੰਦਰ ਖਾਤੇ ਇਹ ਵੀ ਖਬਰਾਂ ਆ ਰਹੀਆਂ ਨੇ ਕਿ ਇਹ ਸਭ ਕੁਝ ਸਿੱਖ ਸੰਗਤ ਦੇ ਵਿਰੋਧ ਨੂੰ ਠੱਲਣ ਵਾਸਤੇ ਕੀਤਾ ਜਾ ਰਿਹਾ ਹੈ। ਹਾਲਾਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀ ਨੇ ਜਿਹੜੇ ਇਹਨਾਂ ਦੋਵਾਂ ਬਦਲੀਆਂ ਨੂੰ ਰੂਟੀਨ ਕਾਰਵਾਈ ਦੱਸ ਰਹੇ ਨੇ, ਪਰ ਇਹ ਜਾਣਕਾਰੀ ਮਿਲੀ ਹੈ ਕਿ ਬੇਅਦਬੀ ਦੀ ਘਟਨਾ ਦੀ ਪੜਤਾਲ ਦੌਰਾਨ ਕਮੇਟੀ ਦੇ ਅਧਿਕਾਰੀਆਂ ਨੇ ਹੈੱਡ ਗ੍ਰੰਥੀ ਅਤੇ ਮੈਨੇਜਰ ਦੀ ਕਾਰਗੁਜ਼ਾਰੀ ਤੇ ਅਸੰਤੁਸ਼ਟੀ ਜ਼ਾਹਿਰ ਕੀਤੀ ਹੈ। ਪਿਛਲੇ ਕਈ ਦਿਨਾਂ ਤੋਂ ਜਿਸ ਦਿਨ ਤੋਂ ਬੇਅਦਬੀ ਦੀ ਘਟਨਾ ਵਾਪਰੀ ਹੈ ਉਦੋਂ ਤੋਂ ਹੀ ਸਿੱਖ ਸੰਗਤ ਹੈ ਜਿਹੜੀ ਤਿੰਨਾਂ ਜਣਿਆਂ ਨੂੰ ਹੈੱਡ ਗ੍ਰੰਥੀ ਜਿਹੜੇ ਜਥੇਦਾਰ ਸਾਹਿਬ ਨੇ ਤੇ ਮੈਨੇਜਰ ਸਾਹਿਬ ਤਿੰਨਾਂ ਨੂੰ ਜ਼ਿੰਮੇਵਾਰ ਦੱਸਦੇ ਹੋਏ ਇਹਨਾਂ ਦੇ ਅਸਤੀਫੇ ਮੰਗ ਰਹੀ ਸੀ, ਪਰ ਅਸਤੀਫੇ ਦੇਣ ਤੋਂ ਹਮੇਸ਼ਾ ਹੀ ਇਨਕਾਰ ਹੈ ਜਿਹੜਾ ਉਹ ਕੀਤਾ ਗਿਆ। ਜਥੇਦਾਰ ਸਾਹਿਬ ਨੇ ਹਮੇਸ਼ਾ ਇਹੀ ਜਵਾਬ ਦਿੱਤਾ ਕਿ ਜੇ ਮੇਰੇ ਅਸਤੀਫਾ ਦੇਣ ਦੇ ਨਾਲ ਬੇਅਦਬੀਆਂ ਰੁਕ ਜਾਣਗੀਆਂ ਤਾਂ ਮੈਂ ਹੁਣੇ ਹੀ ਅਸਤੀਫਾ ਦੇ ਦਿੰਦਾ ਹਾਂ, ਪਰ ਉਹਨਾਂ ਨੇ ਅਸਤੀਫਾ ਨਹੀਂ ਦਿੱਤਾ ਸੀ। ਇਸੇ ਦਰਮਿਆਨ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਪਰਿਸਰ ਦੇ ਅੰਦਰ ਜਿਹੜੀਆਂ ਸਿੱਖ ਜਥੇਬੰਦੀਆਂ ਦੇ ਵੱਲੋਂ ਸਿੱਖ ਸੰਗਤਾਂ ਦੇ ਵੱਲੋਂ ਲਗਾਤਾਰ ਰੋਸ ਧਰਨਾ ਦਿੱਤਾ ਜਾ ਰਿਹਾ ਸੀ, ਉਸ ਦੇ ਵਿੱਚ ਵੀ ਬੜੇ ਅਹਿਮ ਮਤੇ ਪਾਸ ਕੀਤੇ ਗਏ ਨੇ। ਸਿੱਖ ਸੰਗਤ ਨੇ ਜਥੇਦਾਰ ਹੈੱਡ ਗ੍ਰੰਥੀ ਤੇ ਮੈਨੇਜਰ ਨੂੰ ਦੋਸ਼ੀ ਕਰਾਰ ਦਿੰਦਿਆਂ ਮਤਾ ਪਾਸ ਕਰਕੇ ਇਹਨਾਂ ਤਿੰਨਾਂ ਦੇ ਅਸਤੀਫਿਆਂ ਦੀ ਮੰਗ ਕੀਤੀ, ਪਰ ਐਸਜੀਪੀਸੀ ਨੇ ਸਿਰਫ ਤਬਾਦਲੇ ਕੀਤੇ ਨੇ, ਅਸਤੀਫਾ ਕਿਸੇ ਨੇ ਵੀ ਨਹੀਂ ਦਿੱਤਾ। ਕਹਿੰਦੇ ਸ਼੍ਰੋਮਣੀ ਕਮੇਟੀ ਦੇ ਢਿੱਲੇ ਪ੍ਰਬੰਧਾਂ ਕਰਕੇ ਬੇਅਦਬੀ ਹੋਈ ਹੈ, ਇਸ ਕਰਕੇ ਸੰਗਤ ਨੇ ਇਹਨਾਂ ਤਿੰਨਾਂ ਨੂੰ ਦੋਸ਼ੀ ਦੱਸਿਆ ਹੈ। ਇਸ ਦੌਰਾਨ ਸੰਗਤ ਦੇ ਵੱਲੋਂ ਜੈਕਾਰਿਆਂ ਦੀ ਗੂੰਜ ਵਿੱਚ ਹੱਥ ਖੜੇ ਕਰਕੇ ਮਤੇ ਨੂੰ ਸਹਿਮਤੀ ਦਿੱਤੀ ਅਤੇ ਸ਼੍ਰੋਮਣੀ ਕਮੇਟੀ ਨੂੰ ਗੁਰਦੁਆਰਿਆਂ ਦੀ ਮਾਣ ਮਰਿਆਦਾ ਬਹਾਲ ਰੱਖਣ ਦੇ ਵਿੱਚ ਅਸਫਲ ਕਰਾਰ ਦਿੱਤਾ। ਸਿੱਖ ਜਥੇਬੰਦੀਆਂ ਦੇ ਪਛਤਾਪ ਸਮਾਗਮ ਤੋਂ ਬਾਅਦ ਇੱਥੇ ਇਕੱਠ ਕੀਤਾ ਗਿਆ। ਇਸ ਦਰਮਿਆਨ ਕਿਸਾਨ ਲੀਡਰ ਪਲਵਿੰਦਰ ਸਿੰਘ ਤਲਵਾੜਾ ਨੇ ਕਿਹਾ ਕਿ ਮੁੜ ਗੁਰੂ ਘਰਾਂ ਨੂੰ ਆਜ਼ਾਦ ਕਰਵਾਉਣ ਦੀ ਅੱਜ ਲੋੜ ਪੈ ਗਈ ਹੈ।
ਬੇਅਦਬੀ ਦੀ ਘਟਨਾ ਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਮਾੜਾ ਪ੍ਰਬੰਧ ਹੈ ਉਹ ਸਿੱਧੇ ਤੌਰ ਤੇ ਦੋਸ਼ੀ ਹੈ, ਜਿਸ ਕਰਕੇ ਬੇਅਦਬੀ ਦੀ ਇਹ ਘਟਨਾ ਜਿਹੜੀ ਵਾਪਰੀ ਹੈ। ਉਹਨਾਂ ਨੇ ਕਿਹਾ ਕਿ ਤਖਤ ਸਾਹਿਬਾਨਾਂ ਦੇ ਜਥੇਦਾਰ ਖੁਦ ਤਾਂ 20 ਬੰਦਿਆਂ ਦੀ ਸਿਕਿਉਰਿਟੀ ਰੱਖੀ ਫਿਰਦੇ ਨੇ, ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੁਰੱਖਿਆ ਦੇ ਕੋਈ ਪੁਖਤਾ ਪ੍ਰਬੰਧ ਹੈ ਹੀ ਨਹੀਂ, ਜਿਸ ਕਰਕੇ ਇਹ ਬੇਅਦਬੀ ਦੀ ਘਟਨਾ ਵਾਪਰੀ ਹੈ। ਸਿੱਖ ਸੰਗਤ ਨੇ ਇਹ ਵੀ ਮੰਗ ਕੀਤੀ ਹੈ ਕਿ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ ਸਵੇਰ ਵੇਲੇ, ਉਸ ਵਕਤ ਹੈੱਡ ਗ੍ਰੰਥੀ ਤੇ ਮੈਨੇਜਰ ਤੇ ਘੱਟੋ ਘੱਟ 10 ਸ਼ਸਤਰਧਾਰੀ ਸੇਵਾਦਾਰਾਂ ਦਾ ਹਾਜ਼ਰ ਰਹਿਣਾ ਇੱਥੇ ਲਾਜ਼ਮੀ ਕੀਤਾ ਜਾਵੇ। ਸਰਕਾਰ ਤੋਂ ਇਹ ਵੀ ਮੰਗ ਕੀਤੀ ਗਈ ਹੈ ਕਿ ਬੇਅਦਬੀ ਦੇ ਦੋਸ਼ੀ ਦਾ ਨਾਰਕੋ ਟੈਸਟ ਕਰਵਾਇਆ ਜਾਵੇ ਤਾਂ ਜੋ ਉਸ ਦੇ ਪਿੱਛੇ ਅਸਲ ਦੋਸ਼ੀ ਕੌਣ ਹੈ ਇਸ ਦਾ ਪਤਾ ਲਾਇਆ ਜਾ ਸਕੇ। ਤੇ 22 ਤਰੀਕ ਨੂੰ ਹੀ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਛਤਾਪ ਸਮਾਗਮਾਂ ਨੂੰ ਲੈ ਕੇ ਅਖੰਡ ਪਾਠ ਸਾਹਿਬ ਰੱਖੇ ਸੀ। 20 ਸਤੰਬਰ ਨੂੰ ਉਹਨਾਂ ਦਾ ਵੀ ਭੋਗ ਪਾਇਆ ਗਿਆ। ਬੀਬੀ ਜਗੀਰ ਕੌਰ ਵੀ ਇੱਥੇ ਪਹੁੰਚੇ ਹੋਏ ਸੀ ਤੇ ਉਸੇ ਦਿਨ ਸਿੱਖ ਸੰਗਤ ਨੇ ਜਿਹੜਾ ਇਹ ਬਾਈਕਾਟ ਕੀਤਾ ਹੈ। ਬੀਬੀ ਜਗੀਰ ਕੌਰ ਨੇ ਵੀ ਹਾਲਾਂਕਿ ਨਾਰਕੋ ਟੈਸਟ ਦੀ ਮੰਗ ਕੀਤੀ ਹੈ। ਸੋ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਬੇਅਦਬੀ ਦੇ ਮਸਲੇ ਨੂੰ ਲੈ ਕੇ ਇਹ ਤਾਜ਼ਾ ਅਪਡੇਟ ਹੈ ਤੇ ਤਾਜ਼ਾ ਅਪਡੇਟ ਤੋਂ ਬਾਅਦ ਤੁਹਾਨੂੰ ਉਹ ਤਸਵੀਰਾਂ ਵੀ ਦਿਖਾ ਦਿੰਨੇ ਆ ਜਦੋਂ 20 ਸਤੰਬਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਪਛਤਾਪ ਵਜੋਂ ਸ੍ਰੀ ਅਖੰਡ ਪਾਠ ਸਾਹਿਬ ਰੱਖੇ ਗਏ ਸੀ ਤੇ 22 ਸਤੰਬਰ ਨੂੰ ਉਹਨਾਂ ਦੇ ਭੋਗ ਪਾਏ ਗਏ ਤੇ ਇੱਥੇ ਹੀ ਬੀਬੀ ਜਗੀਰ ਕੌਰ ਐਸਜੀਪੀਸੀ ਪ੍ਰਧਾਨ ਪਹੁੰਚੇ ਸੀ। ਇੱਥੇ ਪਹੁੰਚ ਕੇ ਬੀਬੀ ਨੇ ਨਾਰਕੋ ਟੈਸਟ ਦੀ ਮੰਗ ਕੀਤੀ ਕਿ ਦੋਸ਼ੀ ਦਾ ਨਾਰਕੋ ਟੈਸਟ ਕਰਵਾ ਕੇ ਸੱਚ ਸਾਹਮਣੇ ਲਿਆਂਦਾ ਜਾਵੇ। ਨਾਲ ਹੀ ਇਹ ਵੀ ਜਾਣਕਾਰੀ ਦਿੱਤੀ ਕਿ ਕੁਝ ਦਿਨ ਪਹਿਲਾਂ ਐਸਜੀਪੀਸੀ ਨੇ 40 ਸਾਬਕਾ ਫੌਜੀਆਂ ਦੀ ਭਰਤੀ ਕੀਤੀ ਹੈ, ਜਿਹੜੇ ਕਿ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਤਾਇਨਾਤ ਕਰ ਦਿੱਤੇ ਗਏ ਨੇ। ਹੋਰ ਵੀ ਮੰਗ ਕੀਤੀ ਗਈ ਹੈ। ਪਹਿਲਾਂ ਹੀ ਸਾਡੀ ਸੇਵਾਦਾਰਾਂ ਦੀ ਟਾਸਕ ਫੋਰਸ ਕਹਿੰਦੇ ਇੱਥੇ ਕੰਮ ਕਰ ਰਹੀ ਹੈ। 5 ਮੈਂਬਰੀ ਕਮੇਟੀ ਹੈ ਜਿਹੜੀ ਉਹਦੀ ਰਿਪੋਰਟ ਅਸੀਂ ਮੰਗਵਾ ਰਹੇ ਹਾਂ। 25 ਸਤੰਬਰ ਨੂੰ ਰਿਪੋਰਟ ਆਏਗੀ। ਉਸ ਤੋਂ ਬਾਅਦ ਜਿੱਥੇ ਵੀ ਕੁਤਾਹੀ ਹੋਈ ਹੈ ਉਸ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ। ਪਰ ਲੱਗਦਾ ਹੈ ਕਿ ਇਸ ਕਮੇਟੀ ਦੀ ਰਿਪੋਰਟ ਹੈ ਜਿਹੜੀ ਜਲਦ ਹੀ ਸ਼ਾਇਦ ਐਸਜੀਪੀਸੀ ਨੂੰ ਮਿਲ ਗਈ ਹੈ ਜਾਂ ਫਿਰ ਦਬਾਅ ਸੰਗਤ ਦਾ ਇੰਨਾ ਵਧਿਆ ਹੈ ਕਿ 2 ਜਿਹੜੇ ਵੱਡੇ ਸੇਵਾਦਾਰ ਹੈਗੇ ਨੇ ਮੈਨੇਜਰ ਅਤੇ ਮੁੱਖ ਗ੍ਰੰਥੀ ਉਹਨਾਂ ਦੇ ਤਬਾਦਲੇ ਕਰ ਦਿੱਤੇ ਗਏ ਨੇ। ਪੰਜਾਬ ਦੀ ਸਿਆਸਤ ਦੀ ਗੱਲ ਕਰ ਲਈਏ ਤਾਂ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, 2 ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਓਪੀ ਸੋਨੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਬੁੱਧਵਾਰ ਤੜਕੇ ਅੰਮ੍ਰਿਤ ਵੇਲੇ ਸ਼੍ਰੀ ਦਰਬਾਰ ਸਾਹਿਬ ਪਹੁੰਚੇ। ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਪਹੁੰਚ ਕੇ ਉਹਨਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦੀ ਮਰਿਆਦਾ ਦੇ ਵਿੱਚ ਹਿੱਸਾ ਲਿਆ, ਨਤਮਸਤਕ ਹੋਏ ਅਤੇ ਜਿਹੜਾ ਗੁਰੂ ਸਾਹਿਬ ਦੀ ਪਾਲਕੀ ਨੂੰ ਵੀ ਮੋਢਾ ਦਿੱਤਾ। ਇਸ ਮੌਕੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਹੁਣ ਰਾਜ ਧਰਮ ਦੇ ਅਨੁਸਾਰ ਚੱਲੇਗਾ। ਪੰਜਾਬ 'ਚ ਹਰ ਧਰਮ ਦਾ ਸਤਿਕਾਰ ਹੋਵੇਗਾ, ਹਰ ਧਰਮ ਤੇ ਵਰਨ ਦਾ ਜਾਤ ਦਾ ਸਤਿਕਾਰ ਹੋਵੇਗਾ, ਆਪਸੀ ਪਿਆਰ ਤੇ ਮੇਲ ਮਿਲਾਪ ਵਧਾਇਆ ਜਾਵੇਗਾ, ਧਰਮ ਦੀ ਜੈ ਜੈਕਾਰ ਹੋਵੇਗੀ, ਝੂਲ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ। ਇਹ ਗੱਲਾਂ ਉਹਨਾਂ ਨੇ ਕਹੀਆਂ। ਪੰਜਾਬ ਦੀ ਚੜ੍ਹਦੀ ਕਲਾ ਦੇ ਲਈ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਚੰਨੀ ਨੇ ਕਿਹਾ ਕਿ ਗੁਰੂ ਸਾਹਿਬ ਦੀ ਬੇਅਦਬੀ ਦਾ ਇਨਸਾਫ ਹੈ ਜਿਹੜਾ ਹੁਣ ਲਿਆ ਜਾਵੇਗਾ। ਅੱਜ ਅਸੀਂ ਗੁਰੂ ਸਾਹਿਬ ਦਾ ਆਸ਼ੀਰਵਾਦ ਲੈਣ ਵਾਸਤੇ ਇੱਥੇ ਪਹੁੰਚੇ ਹਾਂ। ਮੈਂ ਇੱਕੋ ਗੱਲ ਕਹਾਂਗਾ ਕਿ ਰਾਜ ਧਰਮ ਦੇ ਅਨੁਸਾਰ ਚੱਲੇਗਾ। ਧਰਮ ਦੇ ਵਿੱਚ ਰਹਿ ਕੇ ਰਾਜ ਨੂੰ ਚਲਾਇਆ ਜਾਏਗਾ। ਹਰ ਧਰਮ ਦਾ ਸੂਬੇ ਦੇ ਵਿੱਚ ਸਤਿਕਾਰ ਹੋਏਗਾ, ਹਰ ਵਰਨ ਦਾ ਸੂਬੇ ਦੇ ਵਿੱਚ ਸਤਿਕਾਰ ਹੋਏਗਾ, ਆਪਸੀ ਪਿਆਰ ਮੇਲ ਮਿਲਾਪ ਸੂਬੇ ਦੇ ਵਿੱਚ ਵਧਾਇਆ ਜਾਏਗਾ, ਬਰਕਰਾਰ ਰਹੇਗਾ ਤੇ ਧਰਮ ਦੀ ਜੈ ਜੈਕਾਰ ਰਹੇਗੀ। ਗੁਰੂ ਸਾਹਿਬ ਦੀ ਬੇਅਦਬੀ, ਉਸ ਦੀ ਜੋ ਇਨਸਾਫ ਪੰਥ ਨੂੰ ਚਾਹੀਦਾ ਹੈ, ਗੁਰੂ ਨੂੰ ਮਿਲਣਾ ਚਾਹੀਦਾ ਹੈ, ਉਹ ਇਨਸਾਫ ਦਵਾਇਆ ਜਾਏਗਾ। ਇਸ ਮੌਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਸੂਬਾ ਸਰਕਾਰ ਮਸਲਿਆਂ ਤੋਂ ਭਟਕ ਗਈ ਸੀ, ਪਰ ਨਵੇਂ ਮੁੱਖ ਮੰਤਰੀ ਇਹਨਾਂ ਸਾਰੇ ਮਸਲਿਆਂ ਦਾ ਹੱਲ ਕਰਨਗੇ। ਮੁੱਖ ਮੰਤਰੀ ਸਮੇਤ ਸਾਰੀ ਟੀਮ ਜਲਿਆਂਵਾਲਾ ਬਾਗ ਵਿਖੇ ਵੀ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਦੇ ਲਈ ਪਹੁੰਚੀ, ਪਰ ਜਲਿਆਂਵਾਲੇ ਬਾਗ ਦੇ ਨਵੀਨੀਕਰਨ ਤੇ ਕੋਈ ਵੀ ਬਿਆਨ ਮੁੱਖ ਮੰਤਰੀ ਦੇ ਵੱਲੋਂ ਨਹੀਂ ਦਿੱਤਾ ਗਿਆ। ਇਸ ਤੋਂ ਬਾਅਦ ਉਹ ਦੁਰਗਿਆਣਾ ਮੰਦਿਰ ਗਏ, ਰਾਮ ਤੀਰਥ ਵਿਖੇ ਵੀ ਮੱਥਾ ਟੇਕਿਆ ਅਤੇ ਧਾਰਮਿਕ ਸਥਾਨਾਂ ਤੇ ਜਾਣ ਤੋਂ ਬਾਅਦ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਭੰਡਾਰੀ ਪੁਲ ਨੇੜੇ ਗਿਆਨੀ ਟੀ ਸਟਾਲ ਤੇ ਚਾਹ ਪੀਣ ਲਈ ਵੀ ਪਹੁੰਚੇ। ਇੱਥੇ ਲੋਕਾਂ ਦੇ ਨਾਲ ਗੱਲਬਾਤ ਵੀ ਕੀਤੀ ਅਤੇ ਸ਼ੇਰੋ ਸ਼ਾਇਰੀ ਵੀ ਕੀਤੀ, ਪਰ ਲੋਕਾਂ ਨੇ ਕਿਹਾ ਕਿ ਸ਼ੇਰੋ ਸ਼ਾਇਰੀ ਨਹੀਂ, ਹੁਣ ਕੰਮ ਕਰੋ। मुख्य मंत्री ने इत्थे जिहड़ा शेर सुनाया, कहंदे चलते फिरते हुए महताब दिखाएंगे तुम्हें, हमसे मिलना कभी ये पंजाब दिखाएंगे तुम्हें, नींद से जागो नए ख्वाब दिखाएंगे तुम्हें। लोग थोड़े जे डर गए ने कि लोकां नूं फिर भी सुपने ना देखने पैण, जिहड़े चन्नी साहब दिखाउण दी गल कह रहे ने। ते मुख मंत्री बण तो दूसरे दिन जदों नवे मुख मंत्री चन्नी दिल्ली वल रवाना होए सी तां एक प्राइवेट जैट दे विच बह के गए सी ते प्राइवेट जैट दी सवारी ने उन्हां नूं विवादां दे विच लिया दित्ता है। चन्नी दे हवाई
ਹਵਾਈ ਜਹਾਜ਼ ਤੇ ਬੈਠਣ ਦੇ ਮਸਲੇ ਤੇ ਕੈਪਟਨ ਅਮਰਿੰਦਰ ਸਿੰਘ ਦੇ ਸਲਾਹਕਾਰ ਰਵੀਨ ਠਕਰਾਲ ਨੇ ਟਵੀਟ ਕੀਤਾ ਹੈ। ਉਹਨਾਂ ਨੇ ਕਿਹਾ ਕਿ ਵਾਹ ਗਰੀਬਾਂ ਦੀ ਸਰਕਾਰ। ਕਹਿੰਦੇ ਜਦੋਂ ਸਰਕਾਰੀ ਜਿਹੜਾ ਹੈਲੀਕਾਪਟਰ ਮੌਜੂਦ ਸੀ ਤਾਂ ਫਿਰ 16 ਸੀਟਾਂ ਦੇ ਜਹਾਜ਼ ਤੇ 4 ਜਣੇ ਕਿਉਂ ਬਹਿ ਕੇ ਗਏ। ਉਹਨਾਂ ਨੇ ਤਸਵੀਰ ਹੈ ਜਿਹੜੀ ਉਹ ਸਾਂਝੀ ਕੀਤੀ ਹੈ। ਨਵਜੋਤ ਸਿੰਘ ਸਿੱਧੂ ਦਾ ਉਹ ਟਵੀਟ ਹੈ ਜਿਹੜਾ ਰੀਟਵੀਟ ਕੀਤਾ ਹੈ ਰਵੀਨ ਠਕਰਾਲ ਨੇ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸੀ ਇਨ ਲਾਈਨ ਆਫ ਡਿਊਟੀ। ਉਹਨਾਂ ਨੇ ਕਿਹਾ ਕਿ ਮੈਂ ਤਾਂ ਕਦੇ ਹਮੇਸ਼ਾ ਖਾਲੀ ਖਜ਼ਾਨਾ ਸੁਣ ਕੇ ਮੁੱਠੀਆਂ ਘੁੱਟ ਕੇ ਆਪਣੇ ਆਪ ਜਿਹੜਾ ਜ਼ਿੰਦਗੀ ਬਤੀਤ ਕਰਦਾ ਰਿਹਾ, ਤੇ ਪਰ ਇਹ ਜਿਹੜੀ ਗਰੀਬਾਂ ਦੀ ਸਰਕਾਰ ਹੈ ਉਹ ਪ੍ਰਾਈਵੇਟ ਜੈਟ ਤੇ ਬਹਿ ਕੇ ਦਿੱਲੀ ਪਹੁੰਚੀ ਹੈ। ਯਾਨੀ ਕਿ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਇਹ ਟਵੀਟ ਕੀਤਾ ਗਿਆ ਹੈ। ਉਸ ਤੋਂ ਬਾਅਦ ਕਹਿੰਦੇ ਮੁੱਖ ਮੰਤਰੀ ਚੰਨੀ ਨੇ ਵੀ ਜਵਾਬ ਦੇ ਦਿੱਤਾ ਹੈ, ਆਪਣੇ ਗਰੀਬ ਹੋਣ ਨੂੰ ਵਿਕਟਮਾਈਜ਼ ਕਰਦਿਆਂ ਕਿਹਾ ਕਿ ਜੇ ਗਰੀਬ ਦਾ ਪੁੱਤ ਜਹਾਜ਼ ਤੇ ਬੈਠ ਗਿਆ ਤਾਂ ਕੀ ਤਕਲੀਫ ਹੋ ਗਈ। ਗੁਰੂ ਕੀ ਨਗਰੀ ਅੰਮ੍ਰਿਤਸਰ ਤੋਂ ਬਾਅਦ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪਿੰਡ ਖਟਕੜ ਕਲਾਂ ਪਹੁੰਚੇ। ਸ਼ਹੀਦ ਆਜ਼ਮ ਸ਼ਹੀਦ ਭਗਤ ਸਿੰਘ ਦੀ ਯਾਦਗਾਰ ਤੇ ਉਹਨਾਂ ਨੇ ਸ਼ਰਧਾਂਜਲੀ ਭੇਂਟ ਕੀਤੀ। ਅਜਾਇਬ ਘਰ ਜਾ ਕੇ ਸ਼ਹੀਦਾਂ ਦੀਆਂ ਕੁਰਬਾਨੀਆਂ ਨਾਲ ਸੰਬੰਧਿਤ ਜਿਹੜੀਆਂ ਯਾਦਗਾਰੀ ਤਸਵੀਰਾਂ ਨੇ ਉਹ ਦੇਖੀਆਂ। ਇਸ ਦੇ ਦਰਮਿਆਨ ਅੰਮ੍ਰਿਤਸਰ ਤੋਂ ਇੱਕ ਹੋਰ ਖਬਰ ਹੈ ਜਿੱਥੇ ਕੈਪਟਨ ਦੇ ਨੇੜਲੇ ਅਧਿਕਾਰੀ ਦਾ ਪੱਤਾ ਸਾਫ਼ ਕਰ ਦਿੱਤਾ ਗਿਆ ਹੈ ਤੇ ਨਵਜੋਤ ਸਿੱਧੂ ਦੇ ਨੇੜਲੇ ਦਮਨਦੀਪ ਸਿੰਘ ਨੂੰ ਅੰਮ੍ਰਿਤਸਰ ਇੰਪਰੂਵਮੈਂਟ ਟਰਸਟ ਦਾ ਨਵਾਂ ਚੇਅਰਮੈਨ ਬਣਾ ਦਿੱਤਾ ਗਿਆ ਤੇ ਹੁਣ ਦਮਨਦੀਪ ਸਿੰਘ ਉੱਪਲ ਨੂੰ ਦਿਨੇਸ਼ ਬੱਸੀ ਦੀ ਥਾਂ ਤੇ ਅੰਮ੍ਰਿਤਸਰ ਇੰਪਰੂਵਮੈਂਟ ਟਰਸਟ ਦਾ ਚੇਅਰਮੈਨ ਲਾ ਦਿੱਤਾ ਗਿਆ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵਫਾਦਾਰ ਬੱਸੀ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਬੱਸੀ ਦੇ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨਾਲ ਕਥਿਤ ਤੌਰ ਤੇ ਕਿਹਾ ਜਾ ਰਿਹਾ ਕਿ ਚੰਗੇ ਸੰਬੰਧ ਨਹੀਂ ਸਨ। ਕੈਪਟਨ ਦੇ ਗੱਦੀਓਂ ਲੈਣ ਤੋਂ ਬਾਅਦ ਚੰਨੀ ਦੇ ਗੱਦੀ ਤੇ ਬੈਠਣ ਤੋਂ ਬਾਅਦ ਇੱਕ ਹੋਰ ਬਦਲਾਅ ਆਇਆ ਹੈ ਕਿ ਜਿਹੜੇ ਲੋਕ ਕੈਪਟਨ ਦੇ ਰਾਹਾਂ ਵਿੱਚ ਪਲਕਾਂ ਵਿਛਾਉਂਦੇ ਸੀ ਉਹਨਾਂ ਦੀਆਂ ਅੱਖਾਂ ਦੇ ਵਿੱਚ ਹੀ ਹੁਣ ਕੈਪਟਨ ਸਾਹਿਬ ਰੜਕਣ ਲੱਗ ਪਏ ਨੇ। ਪੀਆਰਟੀਸੀ ਦੀਆਂ ਬੱਸਾਂ ਤੋਂ ਵੀ ਕੈਪਟਨ ਸਾਹਿਬ ਦੀਆਂ ਤਸਵੀਰਾਂ ਹਟਾਉਣ ਦੇ ਹੁਕਮ ਚਾੜ ਦਿੱਤੇ ਗਏ ਨੇ। ਪੰਜਾਬ ਦੇ ਵਿੱਚ ਸਾਬਕਾ ਮੁੱਖ ਮੰਤਰੀ ਕੈਪਟਨ ਦੇ ਕਰੀਬੀਆਂ ਤੋਂ ਅਹੁਦੇ ਵਾਪਸ ਲੈਣ ਤੋਂ ਬਾਅਦ ਹੁਣ ਪੀਆਰਟੀਸੀ ਦੀਆਂ ਬੱਸਾਂ ਤੋਂ ਕੈਪਟਨ ਦੀਆਂ ਫੋਟੋਆਂ ਵਾਲੇ ਸਰਕਾਰੀ ਇਸ਼ਤਿਹਾਰਾਂ ਨੂੰ ਤੁਰੰਤ ਹਟਾਉਣ ਦੇ ਹੁਕਮ ਚਾੜ ਦਿੱਤੇ ਗਏ ਨੇ। ਡਾਇਰੈਕਟਰ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਵੱਲੋਂ ਪੀਆਰਟੀਸੀ ਦੇ ਡਾਇਰੈਕਟਰ ਨੂੰ ਚਿੱਠੀ ਭੇਜੀ ਗਈ ਹੈ। ਚਿੱਠੀ ਤੁਸੀਂ ਦੇਖ ਸਕਦੇ ਹੋ, ਪੜ੍ਹ ਸਕਦੇ ਹੋ। ਇਸ ਦੇ ਵਿੱਚ ਕਿਹਾ ਗਿਆ ਹੈ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਥਾਂ ਚਰਨਜੀਤ ਸਿੰਘ ਚੰਨੀ ਨੂੰ ਨਵਾਂ ਮੁੱਖ ਮੰਤਰੀ ਨਿਯੁਕਤ ਕਰ ਦਿੱਤਾ ਗਿਆ। ਇਸ ਕਰਕੇ ਬੇਨਤੀ ਹੈ ਪੀਆਰਟੀਸੀ ਦੀਆਂ ਬੱਸਾਂ ਤੋਂ ਸਾਬਕਾ ਮੁੱਖ ਮੰਤਰੀ ਦੇ ਚਿਹਰੇ ਵਾਲੇ ਪ੍ਰਚਾਰ ਨੂੰ ਤੁਰੰਤ ਹਟਾ ਦਿੱਤਾ ਜਾਵੇ ਅਤੇ ਸਾਰੇ ਡਿਪੂਆਂ ਦੇ ਜਨਰਲ ਮੈਨੇਜਰਾਂ ਨੂੰ ਹੁਕਮ ਦਿੱਤੇ ਜਾਣ ਤਾਂ ਜੋ ਪੀਆਰਟੀਸੀ ਦੀਆਂ ਬੱਸਾਂ ਤੋਂ ਹੁਣ ਕੈਪਟਨ ਦੀ ਫੋਟੋ ਦਿਖੇ ਨਾ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਪੀਆਰਟੀਸੀ ਦੀਆਂ ਸਰਕਾਰੀ ਬੱਸਾਂ ਨੇ ਜਿਹੜੀਆਂ ਉਹਨਾਂ ਤੇ ਕੈਪਟਨ ਦੀ ਇੱਕ ਵੀ ਫੋਟੋ ਨਹੀਂ ਦੇਖੋਗੇ। ਪੂਰੇ ਪੰਜਾਬ ਦੇ ਵਿੱਚ ਹੁਣ ਚੰਨੀ ਫੋਟੋਆਂ ਦੇ ਉੱਤੇ ਦਿਖਣਗੇ। ਹਾਲਾਂਕਿ ਪੰਜਾਬ ਦੀਆਂ ਜਿਹੜੀਆਂ ਬੀਬੀਆਂ ਹੈਗੀਆਂ ਨੇ ਉਹਨਾਂ ਦੇ ਲਈ ਕੈਪਟਨ ਸਾਹਿਬ ਨੇ ਬੜਾ ਵੱਡਾ ਫੈਸਲਾ ਲਿਆ ਸੀ। ਕੈਪਟਨ ਨੇ ਸਰਕਾਰੀ ਬੱਸਾਂ ਦੇ ਵਿੱਚ ਪੰਜਾਬ ਦੀਆਂ ਔਰਤਾਂ ਦਾ ਮੁਫਤ ਸਫ਼ਰ ਦਿੱਤਾ ਸੀ ਤੇ ਜਿਸ ਦਿਨ ਕੈਪਟਨ ਅਮਰਿੰਦਰ ਸਿੰਘ ਅਹੁਦੇ ਤੋਂ ਲਾਂਭੇ ਹੋ ਗਏ ਸੀ ਉਸ ਤੋਂ ਬਾਅਦ ਇਸ ਤਰ੍ਹਾਂ ਦੇ ਬਹੁਤ ਸਾਰੇ ਮੀਮ ਬਣੇ ਸੀ, ਬਹੁਤ ਸਾਰੇ ਚੁਟਕਲੇ ਬਣੇ ਸੀ ਜਦੋਂ ਬੀਬੀਆਂ ਨੂੰ ਆਪਸ ਦੇ ਵਿੱਚ ਗੱਲ ਕਰਦੇ ਦਿਖਾਇਆ ਗਿਆ ਸੀ ਕਿ ਹੁਣ ਕੈਪਟਨ ਸਾਹਿਬ ਤਾਂ ਗੱਦੀ ਤੋਂ ਲਾਂਭੇ ਹੋ ਗਏ ਨੇ ਤੇ ਸਾਡਾ ਕਿਰਾਇਆ ਜਿਹੜਾ ਮਾਫ ਰਹੂਗਾ ਜਾਂ ਫਿਰ ਨਹੀਂ ਰਹੂਗਾ। ਸੋ ਲੋਕ ਵੀ ਬੜੀ ਜਲਦੀ ਹੈ ਜਿਹੜਾ ਇਹੋ ਜਿਹੀਆਂ ਤਿਆਰੀਆਂ ਕਰਕੇ ਬੈਠੇ ਹੁੰਦੇ ਨੇ ਤੇ ਨਾਲ ਦੀ ਨਾਲ ਚੁਟਕਲੇ ਵਗੈਰਾ ਕੱਢ ਦਿੱਤੇ ਜਾਂਦੇ ਨੇ। ਸੋ ਪਿਛਲੇ ਦਿਨੀ ਲੁਧਿਆਣਾ ਦੇ ਵਿੱਚ ਵੀ ਕੈਪਟਨ ਸਾਹਿਬ ਦੇ ਜਿੰਨੇ ਵੀ ਸ਼ਹਿਰ ਦੇ ਵਿੱਚ ਹੋਰਡਿੰਗਸ ਲੱਗੇ ਸੀ ਉਹ ਸਾਰੇ ਉਤਾਰ ਦਿੱਤੇ ਗਏ ਨੇ। ਇਸੇ ਤਰ੍ਹਾਂ ਹੁਣ ਸ਼ਾਇਦ ਪੂਰੇ ਪੰਜਾਬ ਦੇ ਹਰ ਸ਼ਹਿਰ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲ ਜਾਊਗਾ। ਇਸੇ ਕਰਕੇ ਚੜ੍ਹਦੇ ਸੂਰਜ ਨੂੰ ਸਲਾਮਾਂ ਜਿਹੜੀਆਂ ਉਹ ਕਿਹਾ ਜਾਂਦਾ ਹੈ। ਤੇ ਹੁਣ ਜਿਹੜੇ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਉਹਨਾਂ ਦੇ ਵੀ ਤੇਵਰ ਬਦਲ ਗਏ ਨੇ। ਪਿਛਲੇ ਦਿਨੀ ਪੰਜਾਬੀ ਯੂਨੀਵਰਸਿਟੀ ਚੰਡੀਗੜ੍ਹ ਪਹੁੰਚੇ ਸੀ। ਪੱਤਰਕਾਰਾਂ ਨੇ ਮੁੱਖ ਮੰਤਰੀ ਬਣਾਏ ਜਾਣ ਤੇ ਸਵਾਲ ਕੀਤੇ ਕਿਉਂਕਿ ਚਰਨਜੀਤ ਚੰਨੀ ਇੱਕ ਉਸ ਮਾਮਲੇ ਦੇ ਵਿੱਚ ਵੀ ਫਸੇ ਹੋਏ ਨੇ ਜਿਸ ਦੇ ਵਿੱਚ ਇੱਕ ਆਈਏਐਸ ਔਰਤ ਨੇ ਚੰਨੀ ਖਿਲਾਫ ਛੇੜਛਾੜ ਦੇ ਇਲਜ਼ਾਮ ਲਾਏ ਸੀ। ਤਾਂ ਜਿਹੜਾ ਮਨੀਸ਼ਾ ਗੁਲਾਟੀ ਨੇ ਵੱਡਾ ਮੋਰਚਾ ਜਿਹੜਾ ਚੰਨੀ ਦੇ ਖਿਲਾਫ ਖੋਲਿਆ ਸੀ ਤੇ ਹੁਣ ਸੁਣਨ ਦੇ ਵਿੱਚ ਆ ਰਿਹਾ ਹੈ ਕਿ ਉਹੀ ਮਨੀਸ਼ਾ ਗੁਲਾਟੀ ਜਿਹੜੇ ਚਰਨਜੀਤ ਸਿੰਘ ਚੰਨੀ ਨੂੰ ਚੜ੍ਹਦਾ ਸੂਰਜ ਮੰਨ ਕੇ ਸਲਾਮਾਂ ਵੀ ਕਰ ਰਹੇ ਨੇ ਤੇ ਉਹਨਾਂ ਨੇ ਖਾਸ ਤੌਰ ਤੇ ਵਧਾਈ ਵੀ ਭੇਜੀ ਸੀ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਨ ਤੇ। ਸ਼੍ਰੋਮਣੀ ਅਕਾਲੀ ਦਲ ਨੇ ਵੀ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ। ਅਕਾਲੀ ਦਲ ਨੇ ਕਾਂਗਰਸ ਨੂੰ ਚੋਣ ਮੈਨੀਫੈਸਟੋ ਵਾਲੇ ਵਾਅਦੇ ਯਾਦ ਕਰਵਾਏ ਨੇ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਫੇਸਬੁੱਕ ਤੇ ਧੜਾ-ਧੜ ਪੋਸਟਾਂ ਪਾ ਕੇ ਕਾਂਗਰਸ ਨੂੰ ਵੰਗਾਰਿਆ ਹੈ। ਸੁਖਬੀਰ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਭਾਵੇਂ ਮੁੱਖ ਮੰਤਰੀ ਬਦਲ ਕੇ ਆਪਣੀਆਂ ਨਾਕਾਮੀਆਂ ਲੁਕਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਪੂਰਾ ਪੰਜਾਬ ਜਾਣਦਾ ਹੈ ਕਿ ਕਾਂਗਰਸ ਸਰਕਾਰ ਨੇ ਪਿਛਲੇ 4.5 ਸਾਲਾਂ ਦੇ ਵਿੱਚ ਆਪਣੇ ਕਿਸੇ ਵੀ ਵਾਅਦੇ ਨੂੰ ਪੂਰਾ ਨਹੀਂ ਕੀਤਾ। 2017 ਦੇ ਵੇਲੇ ਕਾਂਗਰਸ ਪਾਰਟੀ ਵੱਲੋਂ ਕੀਤੇ ਗਏ ਵਾਅਦਿਆਂ ਦੇ ਚਿੱਠੇ ਦਾ ਅਸੀਂ ਪਰਦਾਫਾਸ਼ ਕਰ ਰਹੇ ਹਾਂ। ਇੱਕ ਹੋਰ ਪੋਸਟ ਪਾ ਕੇ ਕਿਹਾ ਕਿ 2017 ਦੇ ਵਿੱਚ ਕੀਤੇ ਗਏ ਵਾਅਦੇ ਜਿਹੜੇ ਕਾਂਗਰਸ ਦੇ ਵੱਲੋਂ ਉਹ ਅਸੀਂ ਯਾਦ ਕਰਵਾ ਦਿੰਨੇ ਆ
ਤੇ ਨਾਲ ਹੀ ਅਕਾਲੀ ਦਲ ਖੁਦ ਵੀ ਲੋਕਾਂ ਦੇ ਨਾਲ ਵਾਅਦੇ ਕਰ ਰਿਹਾ ਹੈ। ਇੱਕ ਹੋਰ ਪੋਸਟ ਪਾ ਕੇ ਕਿਹਾ ਕਿ ਜੋ ਅਸੀਂ ਕਿਹਾ ਉਹ ਕੀਤਾ ਤੇ ਜੋ ਕਹਾਂਗੇ ਉਹ ਕਰਾਂਗੇ। ਕਿਸਾਨਾਂ ਦੀ ਗੱਲ ਕਰ ਲਈਏ ਤਾਂ ਕਿਸਾਨ ਮੋਰਚੇ ਨੇ ਦੱਸਿਆ ਕਿ ਇਤਿਹਾਸਿਕ ਕਿਸਾਨ ਸੰਘਰਸ਼ ਦੇ 300 ਦਿਨ ਪੂਰੇ ਹੋ ਗਏ ਨੇ ਤੇ ਇਹ ਜਿਹੜਾ ਅੰਦੋਲਨ ਹੈ ਦੇਸ਼ ਭਰ ਦੇ ਲੱਖਾਂ ਕਿਸਾਨਾਂ ਦੀ ਇੱਛਾ ਅਤੇ ਦ੍ਰਿੜ ਇਰਾਦੇ ਦੀ ਗਵਾਹੀ ਵਜੋਂ ਹਾਲੇ ਤੱਕ ਵੀ ਉੱਥੇ ਦਾ ਉੱਥੇ ਹੀ ਖੜਾ ਹੈ। ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਭਾਰਤ ਬੰਦ ਦੀਆਂ ਤਿਆਰੀਆਂ ਪੂਰੇ ਜੋਸ਼ ਦੇ ਨਾਲ ਚੱਲ ਰਹੀਆਂ ਨੇ। ਮੀਟਿੰਗਾਂ, ਅਸੈਂਬਲੀਆਂ, ਮਹਾਪੰਚਾਇਤਾਂ, ਯਾਤਰਾਵਾਂ ਪੂਰੇ ਦੇਸ਼ ਦੇ ਵਿੱਚ ਚੱਲ ਰਹੀਆਂ ਨੇ। यूपी ਦੇ ਮੁੱਖ ਮੰਤਰੀ ਦੇ ਹਲਕੇ ਗੋਰਖਪੁਰ ਦੇ ਵਿੱਚ ਵੀ ਕਿਸਾਨ ਮਹਾਪੰਚਾਇਤ ਹੋਈ ਅਤੇ 22 ਸਤੰਬਰ ਨੂੰ ਹਰਿਦੁਆਰ ਦੇ ਵਿੱਚ ਇੱਕ ਹੋਰ ਮਹਾਪੰਚਾਇਤ ਕਰਵਾਈ ਗਈ ਹੈ ਅਤੇ 24, 25 ਅਤੇ 26 ਤਰੀਕ ਨੂੰ ਸਿੰਘੂ ਅਤੇ ਟਿੱਕਰੀ ਬਾਰਡਰ ਤੇ ਕਬੱਡੀ ਦੇ ਮੁਕਾਬਲੇ ਨੇ ਜਿਹੜੇ ਉਹ ਕਰਵਾਏ ਜਾਣਗੇ। ਖੇਡ ਮੁਕਾਬਲੇ ਭਾਰਤ ਬੰਦ ਦੇ ਲਈ ਜਾਗਰੂਕਤਾ ਅਤੇ ਸਮਰਥਨ ਹਾਸਲ ਕਰਨਗੇ। ਕਿਸਾਨਾਂ ਨੇ ਅਪੀਲ ਕੀਤੀ ਹੈ ਸਾਰੇ ਦੇਸ਼ ਵਾਸੀਆਂ ਨੂੰ ਕਿ ਇਸ ਭਾਰਤ ਬੰਦ ਨੂੰ ਸਫਲ ਬਣਾਇਆ ਜਾਵੇ, ਸਾਡਾ ਸਾਥ ਦਿੱਤਾ ਜਾਵੇ। ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਐਚ.ਐਸ. ਫੂਲਕਾ ਹਰਵਿੰਦਰ ਸਿੰਘ ਫੂਲਕਾ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਇੱਕ ਹੋਰ ਚਿੱਠੀ ਲਿਖੀ ਹੈ। ਕਈ ਵਾਰੀ ਉਹ ਕਈ ਮਸਲਿਆਂ ਤੇ ਚਿੱਠੀਆਂ ਲਿਖਦੇ ਰਹਿੰਦੇ ਨੇ। ਜ਼ਿਆਦਾਤਰ ਉਹ ਜਿਹੜਾ ਗੱਲਬਾਤ ਹੈ ਕਿਸੇ ਨਾਲ ਵੀ ਕਰਨੀ ਹੋਵੇ, ਕਿਸੇ ਲੀਡਰ ਨਾਲ, ਤਾਂ ਉਹ ਚਿੱਠੀਆਂ ਦੇ ਰੂਪ ਦੇ ਵਿੱਚ ਹੀ ਕਰਦੇ ਨੇ। ਹਾਲਾਂਕਿ ਜਥੇਦਾਰ ਸਾਹਿਬ ਇਨੀ ਦਿਨੀ ਪਾਕਿਸਤਾਨ ਦੇ ਦੌਰੇ ਤੇ ਹਨ। ਹਰਵਿੰਦਰ ਸਿੰਘ ਫੂਲਕਾ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹਰਪ੍ਰੀਤ ਸਿੰਘ ਦੇ ਬਿਆਨ ਤੇ ਸਖਤ ਇਤਰਾਜ਼ ਜ਼ਾਹਿਰ ਕੀਤਾ ਹੈ ਤੇ ਕਿਹਾ ਕਿ ਜਥੇਦਾਰ ਸਾਹਿਬ ਨੂੰ ਸਿਆਸਤ ਤੋਂ ਪਰੇ ਰਹਿਣਾ ਚਾਹੀਦਾ ਹੈ। ਦਰਅਸਲ ਜਥੇਦਾਰ ਸਾਹਿਬ ਨੇ ਇੱਕ ਬਿਆਨ ਦੇ ਵਿੱਚ ਕਿਹਾ ਸੀ ਕਿ ਮੁੱਖ ਮੰਤਰੀ ਭਾਵੇਂ ਹਿੰਦੂ ਹੋਵੇ ਜਾਂ ਫਿਰ ਸਿੱਖ, ਦੇ ਨਾਲ ਕੋਈ ਫਰਕ ਨਹੀਂ ਪੈਂਦਾ, ਉਹ ਬਸ ਚੰਗਾ ਇਨਸਾਨ ਹੋਣਾ ਚਾਹੀਦਾ ਹੈ। ਤੇ ਫੂਲਕਾ ਨੇ ਇਸ ਮਾਮਲੇ ਵਿੱਚ ਜਥੇਦਾਰ ਨੂੰ ਸਿਆਸਤ ਨਾ ਕਰਨ ਦੇ ਲਈ ਕਿਹਾ। ਚਿੱਠੀ ਲਿਖੀ ਹੈ, ਜਨਤਕ ਕੀਤੀ ਹੈ। ਪੰਜਾਬ ਦੇ ਮੁੱਖ ਮੰਤਰੀ ਬਾਰੇ ਤੁਹਾਡਾ ਬਿਆਨ, ਇਸ ਦਾ ਵਿਸ਼ਾ ਜਿਹੜਾ ਉਹ ਲਿਖਿਆ ਹੈ। ਉਹਨਾਂ ਨੇ ਕਿਹਾ ਕਿ ਜਿਹੜਾ ਤੁਸੀਂ ਹਿੰਦੂ ਤੇ ਸਿੱਖ ਵਾਲਾ ਬਿਆਨ ਦਿੱਤਾ ਹੈ, ਪੜ੍ਹ ਕੇ ਬੜੀ ਹੈਰਾਨੀ ਹੋਈ ਹੈ। ਜੇ ਸਿੱਖਾਂ ਨੇ ਇਸ ਸਿਧਾਂਤ ਤੇ ਪਹਿਰਾ ਦੇਣਾ ਸੀ ਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਪੁੱਛੋ ਕਿ ਫਿਰ ਉਹਨਾਂ ਨੇ ਹਜ਼ਾਰਾਂ ਸਿੱਖਾਂ ਨੂੰ ਜੇਲ੍ਹਾਂ ਵਿੱਚ ਭਿਜਵਾ ਕੇ ਪੰਜਾਬੀ ਸੂਬਾ ਬਣਵਾਉਣ ਦੀ ਜਿਹੜੀ ਲੜਾਈ ਕਿਉਂ ਲੜੀ ਸੀ। ਪਹਿਲਾਂ ਸਾਡਾ ਵੱਡਾ ਪੰਜਾਬ ਦਿੱਲੀ ਦੀਆਂ ਜੜ੍ਹਾਂ ਤੱਕ ਜਾਂਦਾ ਸੀ। ਇੰਨੀ ਲੰਬੀ ਲੜਾਈ ਲੜ ਕੇ ਸਿੱਖਾਂ ਨੂੰ ਜੇਲ੍ਹਾਂ 'ਚ ਭਿਜਵਾ ਕੇ ਅਕਾਲੀ ਦਲ ਨੇ ਇਹ ਸੂਬਾ ਬਣਵਾਇਆ, ਜਿਸ ਨਾਲ ਪੁਰਾਣੇ ਪੰਜਾਬ ਦਾ ਲਗਭਗ ਅੱਧਾ ਹਿੱਸਾ ਹੀ ਰਹਿ ਗਿਆ। ਇਸ ਦਾ ਮਕਸਦ ਇੱਕੋ ਇੱਕ ਸੀ ਕਿ ਇਹ ਸਿੱਖ ਬਹੁਮਤ ਵਾਲਾ ਸੂਬਾ ਬਣੇ। ਪਹਿਲਾਂ ਪੁਰਾਣੇ ਪੰਜਾਬ ਦੇ ਵਿੱਚ ਕਦੇ ਹਿੰਦੂ ਮੁੱਖ ਮੰਤਰੀ ਤੇ ਕਦੇ ਸਿੱਖ ਮੁੱਖ ਮੰਤਰੀ ਬਣਦੇ ਹੁੰਦੇ ਸੀ। ਇਸ ਦੇ ਬਾਵਜੂਦ ਅਕਾਲੀ ਦਲ ਨੇ 1966 ਵਿੱਚ ਵੱਖਰੇ ਸੂਬੇ ਦੀ ਮੰਗ ਕਰਕੇ ਇਹ ਪੰਜਾਬੀ ਸੂਬਾ ਬਣਾਇਆ ਤੇ ਅੱਜ ਅਕਾਲੀ ਦਲ ਤੁਹਾਡੇ ਇਸ ਬਿਆਨ ਦਾ ਸਮਰਥਨ ਕਰ ਰਿਹਾ ਹੈ। ਸਮਝ ਨਹੀਂ ਆਈ, ਕਿਉਂਕਿ ਉਦੋਂ ਅਕਾਲੀ ਦਲ ਨੇ ਇਹ ਮੰਗ ਕੀਤੀ ਸੀ ਕਿ ਦੁਨੀਆ ਦੇ ਵਿੱਚ ਸਿੱਖਾਂ ਦਾ ਇੱਕੋ ਇੱਕ ਪੰਜਾਬੀ ਸੂਬਾ ਹੋਵੇਗਾ, ਜਿਸ ਦਾ ਸਿੱਖ ਚਿਹਰਾ ਹੀ ਮੁੱਖ ਮੰਤਰੀ ਬਣੇਗਾ। 1966 ਤੋਂ ਬਾਅਦ ਹੁਣ ਤੱਕ ਪੰਜਾਬ ਦਾ ਮੁੱਖ ਮੰਤਰੀ ਦਾ ਚਿਹਰਾ ਜਿਹੜਾ ਉਹ ਸਿੱਖ ਹੀ ਰਿਹਾ ਹੈ। ਜਦਕਿ ਪਹਿਲਾਂ ਪੁਰਾਣੇ ਪੰਜਾਬ ਦੇ ਵਿੱਚ ਹਿੰਦੂ ਮੁੱਖ ਮੰਤਰੀ ਸੀ ਤਾਂ ਅਕਾਲੀ ਦਲ ਨੇ ਪੰਥ ਨੂੰ ਖਤਰੇ ਦਾ ਨਾਰਾ ਲਾ ਕੇ ਸਿੱਖਾਂ ਨੂੰ ਜੇਲ੍ਹਾਂ ਦੇ ਵਿੱਚ ਭਿਜਵਾਇਆ ਸੀ। ਕਿ ਹੁਣ ਵੀ ਤਾਂ ਅਕਾਲੀ ਦਲ ਦੀ ਇਹ ਕੋਈ ਸਾਜ਼ਿਸ਼ ਤਾਂ ਨਹੀਂ? तो इस तरह के सवाल ने जिहड़े ओह फूलका ने जथेदार साहिब के बयान ते चुके ने। फूलका ने कहा कि तुहाडे अखबारां दे विच जिहड़े बयान पढ़े ने उन्हां दा मतलब यही कढ़िया जा रहा है कि सिखां ने हुण पंजाब दे सिख मुख मंत्री दा हक छड्ड दिता है। इस बयान दे उत्ते तुहानूं मुड़ मंथन करना चाहिदा है, मुड़ विचार करना चाहिदा है। सिखां दी सिरमौर संस्था होण दे नाते ये फर्ज बनदा है तुहाडा कि सारे सिखां दे विचार लैके फैसला करो कि सिख चाहुंदे की ने, कि वो सिख मुख मंत्री चाहुंदे ने जां फिर हिंदू, दोवें चों कोई होवे जां फिर उन्हां नूं कोई फर्क नहीं पैंदा। ये सारे विचार लैण तो बाद ही तुहानूं किसी नतीजे ते पहुंचना चाहिए। ये ना होवे कि इस बयान नूं लैके कोई सियासी पार्टी ये सोचे कि अकाल तख्त साहिब नूं तां कोई इतराज़ नहीं, किसी गैर सिख नूं भी मुख मंत्री बना दिता जाए तो उस तो बाद ये नारे शुरू हो जाण कि पंथ खतरे विच है जां पंथ नूं ढाह ला दित्ती गई है। ये बहाना लैके पंजाब दी शांति भंग करन दीआं कोशिशां शुरू नहीं होणीआं चाहीदियां। एक है हरविंदर सिंह फूलका ने। ते पंजाब दे विच कांग्रेस दे वल्लों कीता गया सत्ता बदला पंजाबियों नूं किन्ना को पसंद आया, इस दे बारे हाल विच एक सर्वे कीता गया है। इस सर्वे है जिहड़ा मार्केट रिसर्च एजेंसी प्रश्नम दे वल्लों कीता गया है। सर्वेखण दे मुताबिक 63% पंजाबियों ने सत्ता विच बदलाव नूं मंजूर कीता है। प्रश्नम दे वल्लों सूबे दी जनता तो 2 सवाल पूछे गए ने। 1240 वोटरां तो पूछे सवालों के जवाब के आधार ते आंकड़े ने जिहड़े वो तैयार किए गए ने। सवाल पहला यह है कि कांग्रेस पार्टी ने चरणजीत सिंह चन्नी नूं पंजाब दा नवां मुख मंत्री नियुक्त किया, तुहाडी इस ते की राय है? 4 ऑप्शनस दित्तियां ने। हाँ, चरणजीत सिंह चन्नी नूं मुख मंत्री नियुक्त करन दा चंगा फैसला है। कैप्टन अमरिंदर सिंह नूं बदलना सही सी पर चन्नी दी सीएम वजों चोण सही नहीं। तीसरी है कैप्टन अमरिंदर सिंह नूं बदलना सही नहीं सी। चौथा, इस बारे कोई राय नहीं है। ते 63% पंजाबियों नूं ये बदलाव ठीक लग्या है ते 12.5% मानते हैं कि कैप्टन नूं हटाउणा तां ठीक सी पर चन्नी नूं मुख मंत्री लाउणा ठीक नहीं है।
ਹਾਲਾਂਕਿ 12% ਇਹ ਵੀ ਮੰਨਦੇ ਨੇ ਕਿ ਕੈਪਟਨ ਸਾਹਿਬ ਨੂੰ ਨਹੀਂ ਹਟਾਉਣਾ ਚਾਹੀਦਾ ਸੀ। ਦੂਸਰਾ ਇੱਕ ਹੋਰ ਸਵਾਲ ਹੈ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਦਾ ਮੁੱਖ ਮੰਤਰੀ ਦਾ ਚਿਹਰਾ ਕੌਣ ਹੋਣਾ ਚਾਹੀਦਾ ਹੈ। ਇਹਦੇ ਵਿੱਚ ਚਿਹਰੇ ਦਿੱਤੇ ਗਏ ਨੇ ਨਵਜੋਤ ਸਿੰਘ ਸਿੱਧੂ, ਕੈਪਟਨ ਅਮਰਿੰਦਰ ਸਿੰਘ, ਚਰਨਜੀਤ ਸਿੰਘ ਚੰਨੀ, ਕੋਈ ਰਾਏ ਨਹੀਂ। ਇਹ ਅੰਕੜਿਆਂ ਦੇ ਮੁਤਾਬਿਕ 2022 ਦੇ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਸੀਐਮ ਦਾ ਚਿਹਰਾ ਬਣਾਏ ਜਾਣ ਦੇ ਨਾਲ 34.7% ਸਹਿਮਤ ਨੇ। ਸਿੱਧੂ ਨੰਬਰ 1 ਬਣੇ ਨੇ ਇਸ ਸਰਵੇ ਦੇ ਵਿੱਚ, ਜਦਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਜਿਹੜੇ 26% ਲੋਕਾਂ ਦੀ ਪਸੰਦ ਬਣੇ ਨੇ ਤੇ ਕੈਪਟਨ ਅਮਰਿੰਦਰ ਸਿੰਘ ਤੀਸਰੇ ਨੰਬਰ ਤੇ ਨੇ 17.9% ਦੇ ਨਾਲ, ਜਦਕਿ 14% ਲੋਕ ਅਜਿਹੇ ਵੀ ਨੇ ਜਿਨ੍ਹਾਂ ਨੇ ਕੋਈ ਰਾਏ ਦੇਣੀ ਠੀਕ ਨਹੀਂ ਸਮਝੀ। ਪੰਜਾਬ ਦੇ ਵਿੱਚ ਹੁਣ ਪਟਵਾਰੀਆਂ ਨੂੰ ਲੰਮੇ ਹੱਥਾਂ ਵਾਲੀ ਪੰਜਾਬ ਪੁਲਿਸ ਹੱਥ ਨਹੀਂ ਪਾ ਸਕੇਗੀ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਹੇਠਲੀ ਕਾਂਗਰਸ ਸਰਕਾਰ ਨੇ ਮਾਲ ਪਟਵਾਰੀਆਂ ਤੇ ਕਾਨੂੰਗੋ ਨੂੰ ਵੱਡੀ ਰਾਹਤ ਦਿੰਦੇ ਹੋਏ ਉਹਨਾਂ ਖਿਲਾਫ ਕੇਸਾਂ ਦੇ ਵਿੱਚ ਕੋਈ ਵੀ ਕਾਰਵਾਈ ਬਿਨਾਂ ਵਿਭਾਗੀ ਪੜਤਾਲ ਤੋਂ ਨਾ ਕਰਨ ਦੇ ਲਈ ਹੁਕਮ ਚਾੜ ਦਿੱਤਾ। ਸੂਬੇ ਦੇ ਵਿਸ਼ੇਸ਼ ਸਕੱਤਰ ਮਾਲ ਕੇਸ਼ਵ ਹਿੰਗੋਨੀਆ ਦੇ ਵੱਲੋਂ 21 ਸਤੰਬਰ ਨੂੰ ਡੀਜੀਪੀ ਦਿਨਕਰ ਗੁਪਤਾ ਨੂੰ ਲਿਖੀ ਚਿੱਠੀ ਵਿੱਚ 20 ਸਾਲ ਪੁਰਾਣੇ 16 ਮਈ 2021 ਦੇ ਚਿੱਠੀ ਦੇ ਹਵਾਲੇ ਨਾਲ ਲਿਖਿਆ ਗਿਆ ਕਿ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਦੇ ਵੱਲੋਂ ਹੁਕਮ ਜਾਰੀ ਕੀਤੇ ਗਏ ਨੇ ਕਿ ਬਿਨਾਂ ਵਿਭਾਗੀ ਪੜਤਾਲ ਕੀਤੇ ਮਾਲ ਵਿਭਾਗ ਦੇ ਮਾਲ ਪਟਵਾਰੀਆਂ ਜਾਂ ਕਾਨੂੰਗੋਆਂ ਵਿਰੁੱਧ ਪੁਲਿਸ ਕਾਰਵਾਈ ਨਾ ਕੀਤੀ ਜਾਵੇ, ਪਰ ਪੁਲਿਸ ਅਧਿਕਾਰੀਆਂ ਦੇ ਵੱਲੋਂ ਨਿਰਦੇਸ਼ਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ ਹੈ ਅਤੇ ਕਿਸੇ ਵਿਅਕਤੀ ਦੀ ਸ਼ਿਕਾਇਤ ਉੱਤੇ ਜ਼ਿਲ੍ਹਾ ਮੈਜਿਸਟ੍ਰੇਟ ਜਾਂ ਸਮਰੱਥ ਮਾਲ ਅਧਿਕਾਰੀ ਦੀ ਰਾਏ ਹਾਸਲ ਕੀਤੇ ਬਿਨਾਂ ਮਾਲ ਪਟਵਾਰੀਆਂ ਜਾਂ ਕਾਨੂੰਗੋਆਂ ਦੇ ਵਿਰੁੱਧ ਕੇਸ ਦਰਜ ਕੀਤੇ ਜਾ ਰਹੇ ਨੇ। ਉਹਨਾਂ ਡੀਜੀਪੀ ਨੂੰ ਇਸ ਮਾਮਲੇ ਦੇ ਵਿੱਚ ਨਿੱਜੀ ਧਿਆਨ ਦਿੰਦੇ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਦੇ ਵੱਲੋਂ ਜਾਰੀ ਨਿਰਦੇਸ਼ਾਂ ਦੀ ਪਾਲਣਾ ਯਕੀਨੀ ਬਣਾਉਣ ਦੇ ਲਈ ਕਿਹਾ ਗਿਆ ਹੈ। ਤੇ ਇੱਕ ਮਾਲ ਅਧਿਕਾਰੀ ਦੇ ਦੱਸਣ ਦੇ ਮੁਤਾਬਿਕ ਹੁਣ ਸਿਰਫ ਵਿਜੀਲੈਂਸ ਹੀ ਰੰਗੇ ਹੱਥੀਂ ਵੱਡੀ ਲੈਣ ਉੱਤੇ ਪਟਵਾਰੀ ਤੇ ਕਾਨੂੰਗੋ ਨੂੰ ਗ੍ਰਿਫਤਾਰ ਕਰ ਸਕਦੀ ਹੈ। ਕਾਂਗਰਸ ਨੇ ਗੁਜਰਾਤ ਦੀ ਮੁੰਦਰਾ ਬੰਦਰਗਾਹ ਜਿਹੜੀ ਕਿ ਅਡਾਨੀ ਦੀ ਬੰਦਰਗਾਹ ਹੈ, ਉੱਥੋਂ ਤਕਰੀਬਨ 3000 ਕਿਲੋ ਹੈਰੋਇਨ ਜ਼ਬਤ ਕਰਨ ਦੇ ਮਾਮਲੇ ਤੇ ਮੋਦੀ ਸਰਕਾਰ ਤੇ ਸਿੱਧਾ ਹਮਲਾ ਕੀਤਾ ਹੈ। ਕਾਂਗਰਸ ਨੇ ਮੰਗ ਕੀਤੀ ਹੈ ਕਿ ਇਸ ਦੀ ਜਾਂਚ ਸੁਪਰੀਮ ਕੋਰਟ ਦੇ ਜੱਜਾਂ ਦੇ ਕਮਿਸ਼ਨ ਦੇ ਕੋਲੋਂ ਕਰਵਾਈ ਜਾਵੇ। ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਦਾਅਵਾ ਕੀਤਾ ਕਿ ਪਿਛਲੇ ਦਿਨੀ ਅਡਾਨੀ ਦੀ ਇਸ ਮੁੰਦਰਾ ਬੰਦਰਗਾਹ ਰਾਹੀਂ ਵੱਡੇ ਪੱਧਰ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕੀਤੀ ਗਈ ਸੀ ਅਤੇ ਨਰਿੰਦਰ ਮੋਦੀ ਸਰਕਾਰ ਦੇਸ਼ ਦੀ ਰੱਖਿਆ ਕਰਨ ਦੇ ਵਿੱਚ ਅਸਫਲ ਰਹੀ ਹੈ। ਸੁਰਜੇਵਾਲਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਮਾਮਲੇ ਤੇ ਖੁਦ ਜਵਾਬ ਦੇਣਾ ਚਾਹੀਦਾ ਹੈ, ਕਿਉਂਕਿ ਇੱਕ ਤਾਂ ਇਹ ਗੁਜਰਾਤ ਦੀ ਬੰਦਰਗਾਹ ਤੋਂ ਬਰਾਮਦ ਹੋਈ ਹੈ, ਦੂਸਰਾ ਇਹ ਉਹਨਾਂ ਦੇ ਨੇੜਲੇ ਮਿੱਤਰ ਅਡਾਨੀ ਦੀ ਬੰਦਰਗਾਹ ਹੈ। ਡਾਇਰੈਕਟੋਰੇਟ ਆਫ ਰੈਵਨਿਊ ਇੰਟੈਲੀਜੈਂਸ ਯਾਨੀ ਕਿ DRI ਨੇ ਗੁਜਰਾਤ ਦੇ ਕੱਛ ਜ਼ਿਲ੍ਹੇ ਦੀ ਮੁੰਦਰਾ ਬੰਦਰਗਾਹ ਤੋਂ 15000 ਕਰੋੜ ਰੁਪਏ ਦੀ ਕੀਮਤ ਦੀ ਕਰੀਬ 3000 ਕਿਲੋ ਹੈਰੋਇਨ ਜ਼ਬਤ ਕੀਤੀ ਹੈ। ਹਾਲਾਂਕਿ ਕਈ ਥਾਵਾਂ ਤੇ ਇਸ ਦਾ ਭਾਅ ਹੈ ਜਿਹੜਾ ਉਹ 21000 ਕਰੋੜ ਰੁਪਏ ਦੱਸਿਆ ਜਾ ਰਿਹਾ ਹੈ। ਇਸ ਬੰਦਰਗਾਹ ਨੂੰ ਚਲਾਉਣ ਵਾਲੇ ਅਡਾਨੀ ਹਨ। ਅਡਾਨੀ ਗਰੁੱਪ ਇਸ ਬੰਦਰਗਾਹ ਦਾ ਸਾਰਾ ਸੰਚਾਲਨ ਕਰਦਾ ਹੈ, ਪ੍ਰਬੰਧ ਕਰਦਾ ਹੈ ਤੇ ਇਹ ਜਿਹੜਾ ਵੱਡਾ ਮਸਲਾ ਬਣ ਗਿਆ। ਟਵਿੱਟਰ ਦੇ ਉੱਤੇ ਇਸ ਮਸਲੇ ਨੂੰ ਲੈ ਕੇ ਅਡਾਨੀ ਦੀ ਤਿੱਖੀ ਨਿੰਦਿਆ ਹੋ ਰਹੀ ਹੈ, ਨਾਲ ਹੀ ਨਰਿੰਦਰ ਮੋਦੀ ਦੀ ਵੀ ਹੋ ਰਹੀ ਹੈ। ਭਾਰਤ ਦੇ ਪ੍ਰਧਾਨ ਮੰਤਰੀ ਦੀ ਇਸ ਮਸਲੇ ਦੇ ਵਿੱਚ ਜਿਹੜਾ ਤਿੱਖੀ ਆਲੋਚਨਾ ਲੋਕਾਂ ਦੇ ਵੱਲੋਂ ਕੀਤੀ ਜਾ ਰਹੀ ਹੈ। ਉਸ ਤੋਂ ਬਾਅਦ ਅਡਾਨੀ ਗਰੁੱਪ ਦੇ ਬੁਲਾਰੇ ਨੇ ਕਿਹਾ ਕਿ ਬੰਦਰਗਾਹਾਂ ਦੇ ਸੰਚਾਲਨ ਦੇ ਵਿੱਚ ਕੰਪਨੀਆਂ ਦੀ ਭੂਮਿਕਾ ਸੀਮਿਤ ਹੈ। ਕੰਟੇਨਰਾਂ ਦੀ ਜਾਂਚ ਅਤੇ ਜ਼ਬਤੀ ਹੈ ਜਿਹੜੀ ਉਹ ਸਰਕਾਰੀ ਏਜੰਸੀਆਂ ਕਰਦੀਆਂ ਨੇ। ਇਸ ਮਾਮਲੇ ਦੇ ਵਿੱਚ ਸਾਡਾ ਕੋਈ ਸੰਬੰਧ ਨਹੀਂ ਹੈ। ਅਸੀਂ ਸੰਚਾਲਨ ਕਰਦੇ ਹਾਂ, ਪਰ ਕੰਟੇਨਰਾਂ ਦੀ ਜਾਂਚ ਅਤੇ ਜ਼ਬਤੀ ਉਹ ਸਰਕਾਰੀ ਏਜੰਸੀਆਂ ਹੀ ਕਰ ਸਕਦੀਆਂ ਨੇ। ਇਸ ਵਿੱਚ ਅਡਾਨੀ ਗਰੁੱਪ ਦਾ ਕੋਈ ਹੱਥ ਨਹੀਂ ਹੈ। ਹਾਲਾਂਕਿ ਇਸ ਮਾਮਲੇ ਦੇ ਵਿੱਚ ਕੇਂਦਰ ਸਰਕਾਰ ਦੀ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। ਕਾਂਗਰਸ ਦੇ ਜਨਰਲ ਸਕੱਤਰ ਸੁਰਜੇਵਾਲਾ ਨੇ ਕਿਹਾ ਕਿ 3000 ਕਿਲੋ ਹੈਰੋਇਨ ਨੂੰ ਜ਼ਬਤ ਕਰਨਾ ਨਸ਼ਾ ਤਸਕਰੀ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਮਾਮਲਾ ਹੈ। ਕਿਹਾ ਵੀ ਜਾ ਸਕਦਾ ਹੈ ਕਿਉਂਕਿ ਭਾਰਤ ਦੇ ਵਿੱਚ ਇੰਨੀ ਵੱਡੀ ਪੱਧਰ ਦੇ ਉੱਤੇ ਨਸ਼ੇ ਦੀ ਖੇਪ ਨਹੀਂ ਫੜੀ ਗਈ ਹੈ ਤੇ ਪਹਿਲੀ ਵਾਰੀ ਨਹੀਂ ਹੈ। ਉਹ ਕਹਿੰਦੇ ਕਿ ਜਦੋਂ ਇਸ ਬੰਦਰਗਾਹ ਦੇ ਰਾਹੀਂ ਨਸ਼ੀਲੇ ਪਦਾਰਥਾਂ ਨੂੰ ਲਿਆਂਦਾ ਗਿਆ ਹੈ, ਇਹ ਕੋਈ ਪਹਿਲੀ ਵਾਰੀ ਨਹੀਂ ਵਾਪਰਿਆ। ਪਹਿਲਾਂ ਵੀ ਇੱਥੇ ਨਸ਼ਾ ਤਸਕਰੀ ਹੁੰਦੀ ਹੈ, ਇਸ ਬੰਦਰਗਾਹ ਦੇ ਰਾਹੀਂ ਹੁੰਦੀ ਹੈ। ਰਿਪੋਰਟਾਂ ਦੇ ਮੁਤਾਬਿਕ ਅਡਾਨੀ ਦੀ ਮੁੰਦਰਾ ਬੰਦਰਗਾਹ ਤੋਂ ਇਸੇ ਤਰ੍ਹਾਂ 25000 ਕਿਲੋ ਹੈਰੋਇਨ ਡਰੱਗ ਸੈਮਿਕਟ ਟੈਲਕਮ ਪਾਊਡਰ ਬਲਾਕਸ ਦੇ ਨਾਂ ਤੇ ਜੂਨ 2021 ਵਿੱਚ ਮੁੰਦਰਾ ਬੰਦਰਗਾਹ ਤੇ ਪਹੁੰਚਿਆ ਸੀ। ਯਾਨੀ ਕਿ ਕੁਝ ਮਹੀਨੇ ਪਹਿਲਾਂ ਪਾਊਡਰ ਦੇ ਰੂਪ ਦੇ ਵਿੱਚ 25000 ਕਿਲੋ ਹੈਰੋਇਨ ਪਹੁੰਚੀ ਸੀ। ਉਸ ਸਮੇਂ ਵੀ ਆਂਧਰਾ ਪ੍ਰਦੇਸ਼ ਤੋਂ ਉਸੇ ਅਖੌਤੀ ਕੰਪਨੀ ਦੇ ਨਾਂ ਤੇ ਡਰੱਗ ਲਿਆਂਦੀ ਗਈ ਸੀ, ਜਿਸ ਦੇ ਨਾਂ ਤੇ ਇਸ ਵਾਰੀ 3000 ਕਿਲੋ ਹੈਰੋਇਨ ਲਿਆਂਦੀ ਗਈ ਹੈ। ਹੈਰੋਇਨ ਦੀ ਪੁਰਾਣੀ ਖੇਪ ਹੈ, ਕਹਿੰਦੇ ਜ਼ਰੂਰ ਬਾਜ਼ਾਰ ਦੇ ਵਿੱਚ ਪਹੁੰਚ ਗਈ ਹੋਵੇਗੀ ਤੇ ਭਾਰਤ ਦੀ ਜਵਾਨੀ ਹੈ ਨਸ਼ਿਆਂ ਦੀ ਅੱਗ ਦੇ ਵਿੱਚ ਸੜ ਰਹੀ ਹੋਏਗੀ। ਹੈਰੋਇਨ ਦਾ ਨਸ਼ਾ ਕਿੰਨਾ ਖਤਰਨਾਕ ਹੈ
ਇਹ ਤੁਸੀਂ ਸ਼ਾਇਦ ਸਾਰੇ ਹੁਣ ਸੁਣ ਚੁੱਕੇ ਹੋਵੋਗੇ, ਕਿਉਂਕਿ ਪੰਜਾਬ ਦੇ ਵਿੱਚ ਵੀ ਨੌਜਵਾਨਾਂ ਨੂੰ ਇਹ ਨਸ਼ਾ, ਇਹ ਚਿੱਟਾ ਜਿਹੜਾ ਘੁਣ ਵਾਂਗੂ ਖਾ ਰਿਹਾ ਹੈ, ਉਹਨਾਂ ਦੀਆਂ ਜਵਾਨੀਆਂ ਨੂੰ ਖਤਮ ਕਰ ਰਿਹਾ ਹੈ, ਘਰਾਂ ਦੇ ਵਿੱਚ 70 ਵਿਛਾ ਰਿਹਾ ਹੈ। ਜੁਲਾਈ 2021 ਵਿੱਚ ਵੀ ਦਿੱਲੀ ਪੁਲਿਸ ਨੇ 2500 ਕਰੋੜ ਰੁਪਏ ਦੀ ਕੀਮਤ ਦੀ 354 ਕਿਲੋਗ੍ਰਾਮ ਹੈਰੋਇਨ ਜ਼ਬਤ ਕੀਤੀ ਸੀ। ਇਹ ਰਣਦੀਪ ਸੁਰਜੇਵਾਲਾ ਨੇ ਕਿਹਾ। ਮਈ ਮਹੀਨੇ ਵਿੱਚ ਵੀ ਕਹਿੰਦੇ ਦਿੱਲੀ ਪੁਲਿਸ ਨੇ 125 ਕਿਲੋ ਹੈਰੋਇਨ ਫੜੀ ਸੀ ਤੇ ਹੁਣ ਤਾਂ 3000 ਕਿਲੋ ਹੈ। ਕਾਂਗਰਸ ਨੇ ਸਵਾਲ ਕੀਤਾ ਹੈ ਕਿ 1,75,000 ਕਰੋੜ ਦੀ 25000 ਕਿਲੋ ਹੈਰੋਇਨ ਡਰੱਗ ਆਖਿਰਕਾਰ ਕਿੱਥੇ ਗਈ। ਉਹਨਾਂ ਨੇ ਇਹ ਸਵਾਲ ਕੀਤਾ ਕਾਂਗਰਸ ਨੇ ਕਿ ਆਖਿਰਕਾਰ ਡਰੱਗ ਤਸਕਰ ਗੁਜਰਾਤ ਬੰਦਰਗਾਹ ਦੀ ਵਰਤੋਂ ਹੀ ਕਿਉਂ ਕਰ ਰਹੇ ਨੇ, ਇਸ ਦੇ ਅੰਦਰ ਕਿਹੜੇ ਡੂੰਘੇ ਸੰਬੰਧ ਨੇ, ਕਨੈਕਸ਼ਨ ਨੇ ਜਿਹੜੇ ਉਹ ਕਿਤੇ ਮੌਜੂਦਾ ਸਰਕਾਰ ਦੇ ਨਾਲ ਜਾ ਕੇ ਤਾਂ ਨਹੀਂ ਜੁੜਦੇ। ਇੰਨੀ ਵੱਡੀ ਜਿਹੜੀ ਖੇਪ ਹੈ ਤੇ ਇੰਨਾ ਵੱਡਾ ਉਹਦਾ ਅਮਾਉਂਟ ਬਣਦਾ ਹੈ, ਕਿਤੇ ਨਾ ਕਿਤੇ ਤਾਂ ਸਰਕਾਰ ਮਿਲੀ ਹੋਈ ਹੋਵੇਗੀ। ਆਮ ਤੌਰ ਤੇ ਵੀ ਆਪਾਂ ਦੇਖ ਲਈਏ ਕਿ ਜੇ ਕਿਸੇ ਵੀ ਸੂਬੇ ਦੇ ਵਿੱਚ ਨਸ਼ੇ ਦੀ ਤਸਕਰੀ ਸਰਹੱਦਾਂ ਦੇ ਰਾਹੀਂ ਕਰਨੀ ਹੈ ਤਾਂ ਉਹ ਬਿਨਾਂ ਪੁਲਿਸ ਦੀ, ਬਿਨਾਂ ਫੌਜ ਦੀ ਜਾਂ ਫਿਰ ਬਿਨਾਂ ਸਰਕਾਰ ਦੀ ਮਿਲੀਭੁਗਤ ਤੋਂ ਹੋ ਹੀ ਨਹੀਂ ਸਕਦੀ। ਜੇ ਸਰਕਾਰੀ ਨੁਮਾਇੰਦੇ ਨਸ਼ਾ ਤਸਕਰੀ ਦੇ ਵਿੱਚ ਸ਼ਾਮਿਲ ਨਾ ਹੋਣ ਤਾਂ ਕਿਸੇ ਦੀ ਮਜਾਲ ਨਹੀਂ ਹੈ ਕਿ ਕੋਈ ਵੀ ਨਸ਼ਾ ਤਸਕਰ ਸਰਹੱਦ ਪਾਰ ਕਰਕੇ ਕਿਸੇ ਵੀ ਸੂਬੇ ਦੇ ਵਿੱਚ ਐਂਟਰ ਹੋ ਜਾਵੇ ਤੇ ਲੋਕਾਂ ਨੂੰ ਇਸ ਮੌਤ ਦੇ ਵੱਲ ਧੱਕ ਦੇਵੇ। ਸੋ ਇਸ ਵੱਡੇ ਮਸਲੇ ਦੀ ਜਾਂਚ ਜ਼ਰੂਰ ਹੋਣੀ ਚਾਹੀਦੀ ਹੈ, ਪਰ ਇਸ ਮਸਲੇ ਦੇ ਉੱਤੇ, ਸੰਗੀਨ ਮਸਲੇ ਦੇ ਉੱਤੇ ਜਿਹੜਾ ਨੌਜਵਾਨਾਂ ਨੂੰ ਖਤਮ ਕਰਦਾ ਹੈ, ਇਸ ਤੇ ਕੌਮੀ ਮੀਡੀਆ ਵੀ ਚੁੱਪ ਧਾਰ ਕੇ ਬੈਠਾ ਹੈ, ਅੱਖਾਂ ਮੀਚ ਕੇ ਬੈਠਾ ਹੈ। ਇੱਕ ਤਸਵੀਰ ਤੁਹਾਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੀ ਦਿਖਾਉਣੇ ਆ, ਜਿੱਥੇ 7 ਵਿਦਿਆਰਥੀ ਜਥੇਬੰਦੀ ਦੀ ਅਗਵਾਈ ਦੇ ਵਿੱਚ ਇੱਥੇ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਵਿਦਿਆਰਥੀਆਂ ਨੇ ਯੂਨੀਵਰਸਿਟੀ ਵਿੱਚੋਂ ਖੋਖਾ ਜਿਹੜਾ ਪਾਨ ਦਾ ਲਾਇਆ ਗਿਆ ਸੀ ਉਸ ਨੂੰ ਚੁੱਕ ਦਿੱਤਾ ਗਿਆ ਹੈ। 7 ਜਥੇਬੰਦੀ ਦੇ ਜਿਹੜੇ ਵਿਦਿਆਰਥੀ ਲੀਡਰ ਹੈਗੇ ਨੇ ਉਹਨਾਂ ਨੇ ਕਿਹਾ ਕਿ ਸਿੱਖ ਵਿਰੋਧੀ ਕਾਰਵਾਈਆਂ, ਜਿਹੜੀਆਂ ਇਸ ਤਰ੍ਹਾਂ ਦੀਆਂ ਸਿੱਖ ਵਿਰੋਧੀ ਕਾਰਵਾਈਆਂ ਨੇ, ਉਹ ਪੰਜਾਬ ਦੀ ਧਰਤੀ ਦੇ ਵਿਦਿਅਕ ਅਦਾਰਿਆਂ ਦੇ ਵਿੱਚ ਤਾਂ ਅਸੀਂ ਬਿਲਕੁਲ ਨਹੀਂ ਹੋਣ ਦੇਵਾਂਗੇ। ਦਰਅਸਲ ਯੂਨੀਵਰਸਿਟੀ ਦੇ ਅੰਦਰ ਪਾਨ ਦਾ ਖੋਖਾ ਲਾਇਆ ਗਿਆ ਸੀ ਵਿਦਿਆਰਥੀਆਂ ਦੀ ਸਹੂਲਤ ਦੇ ਲਈ, ਪਰ ਜਾਗਰੂਕ ਜਿਹੜੇ ਵਿਦਿਆਰਥੀ ਨੇ ਉਹਨਾਂ ਨੇ ਇਸ ਦਾ ਵਿਰੋਧ ਕੀਤਾ ਅਤੇ ਇਸ ਖੋਖੇ ਨੂੰ ਇੱਥੋਂ ਹੁਣ ਪੁਟਵਾ ਦਿੱਤਾ ਤੇ ਵਿਦਿਆਰਥੀ ਸੱਚਮੁੱਚ ਵਧਾਈ ਦੇ ਹੱਕਦਾਰ ਨੇ, ਕਿਉਂਕਿ ਯੂਨੀਵਰਸਿਟੀਆਂ ਦੇ ਵਿੱਚ, ਵਿਦਿਅਕ ਅਦਾਰਿਆਂ ਦੇ ਵਿੱਚ ਇਸ ਤਰ੍ਹਾਂ ਦੀਆਂ ਇਤਰਾਜ਼ਯੋਗ ਵਸਤੂਆਂ ਨੇ ਜਿਹੜੀਆਂ ਉਹ ਬਿਲਕੁਲ ਨਹੀਂ ਵਿਕਣੀਆਂ ਚਾਹੀਦੀਆਂ, ਜਿਸ ਦੇ ਨਾਲ ਜਵਾਨੀ ਹੈ ਜਿਹੜੀ ਪੰਜਾਬ ਦੀ ਉਸ ਨੂੰ ਖਰਾਬ ਕੀਤਾ ਜਾ ਸਕੇ। ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਪੀਡੀਪੀ ਪ੍ਰਧਾਨ ਮਹਿਬੂਬਾ ਮੁਫਤੀ ਦੇ ਉਸ ਬਿਆਨ ਤੇ ਪ੍ਰਤੀਕਿਰਿਆ ਦਿੱਤੀ ਹੈ, ਜਿਸ ਦੇ ਵਿੱਚ ਮਹਿਬੂਬਾ ਮੁਫਤੀ ਨੇ ਕਿਹਾ ਸੀ ਕਿ ਬੀਜੇਪੀ ਹੈ ਜਿਹੜੀ ਉਹ ਸਰਦਾਰਾਂ ਨੂੰ ਖਾਲਿਸਤਾਨੀ ਬਣਾ ਦਿੰਦੀ ਹੈ, ਮੁਸਲਮਾਨਾਂ ਨੂੰ ਪਾਕਿਸਤਾਨੀ, ਸਿਰਫ ਬੀਜੇਪੀ ਵਾਲੇ ਹੀ ਉਹਨਾਂ ਲਈ ਹਿੰਦੁਸਤਾਨੀ ਨੇ। ਤਾਂ ਹਰਦੀਪ ਸਿੰਘ ਪੁਰੀ ਨੇ ਕਿਹਾ ਹੈ ਕਿ ਕਿਸੇ ਵੀ ਸਰਦਾਰ ਨੂੰ ਗੱਦਾਰ ਜਾਂ ਖਾਲਿਸਤਾਨੀ ਨਹੀਂ ਕਿਹਾ ਜਾਣਾ ਚਾਹੀਦਾ। ਕਿ ਮੰਤਰੀ ਨੇ ਕਿਹਾ ਕਿ ਤੁਸੀਂ ਗੁੰਮਰਾਹ ਲੋਕਾਂ ਦੇ ਆਧਾਰ ਤੇ ਜਨਰਲਾਈਜ਼ ਨਹੀਂ ਕਰ ਸਕਦੇ। ਬੁਲੇਟਿਨ ਦੇ ਵਿੱਚ ਇੱਕ ਅਹਿਮ ਖਬਰ ਤੁਹਾਨੂੰ ਇੰਗਲੈਂਡ ਤੋਂ ਦੱਸਦੇ ਹਾਂ। ਇੰਗਲੈਂਡ ਦੀ ਸਰਕਾਰ ਹੈ ਜਿਹੜੀ ਉਹ ਬਰਤਾਨੀਆ ਦੇ 3 ਸਿੱਖ ਨੌਜਵਾਨਾਂ ਨੂੰ ਭਾਰਤ ਦੇ ਹਵਾਲੇ ਕਿਉਂ ਕਰਨਾ ਚਾਹੁੰਦੀ ਹੈ, ਇਸ ਦੀ ਸਾਰੀ ਜਾਣਕਾਰੀ ਦੇਵਾਂਗੇ। ਹਾਲਾਂਕਿ ਇਹ ਹਵਾਲਗੀ ਕੇਸ ਹੈ ਜਿਹੜਾ ਉਹ ਰੱਦ ਹੋ ਗਿਆ ਹੈ। ਆਰਐਸਐਸ ਦੇ ਪੰਜਾਬ ਪ੍ਰਧਾਨ ਦੇ 10-12 ਸਾਲ ਪਹਿਲਾਂ ਪਟਿਆਲਾ ਦੇ ਵਿੱਚ ਹੋਏ ਕਤਲ ਦੇ ਮਾਮਲੇ ਦੇ ਵਿੱਚ ਬ੍ਰਿਟਿਸ਼ ਅਦਾਲਤ ਦੇ ਵਿੱਚ ਪਹਿਲੇ ਹੀ ਦਿਨ ਭਾਰਤ ਸਰਕਾਰ ਨੇ ਕੇਸ ਵਾਪਸ ਲੈ ਲਿਆ ਹੈ। ਇਹ ਕੇਸ ਇਸ ਆਧਾਰ ਤੇ ਵਾਪਸ ਲੈਣਾ ਪਿਆ ਕਿਉਂਕਿ ਅਦਾਲਤ ਦੇ ਕੋਲ ਵੈਸਟ ਮਿਡਲੈਂਡਸ ਦੇ ਨੌਜਵਾਨਾਂ ਦੇ ਉੱਤੇ ਲਾਏ ਦੋਸ਼ ਸਾਬਿਤ ਕਰਨ ਦੇ ਲਈ ਕੋਈ ਵੀ ਸਬੂਤ ਨਹੀਂ ਸਨ। ਇਸ ਕਰਕੇ ਅਦਾਲਤ ਦੇ ਵਿੱਚ ਕਿਰਕਰੀ ਹੋਈ ਹੈ ਤੇ ਕੇਸ ਵਾਪਸ ਲੈਣਾ ਪਿਆ ਹੈ। ਮਿਡਲੈਂਡਸ ਦੇ ਵਕੀਲ ਦੇ ਵੱਲੋਂ ਜਾਰੀ ਬਿਆਨਾਂ ਦੇ ਮੁਤਾਬਿਕ ਸਬੂਤਾਂ ਦੀ ਘਾਟ ਕਾਰਨ ਭਾਰਤ ਸਰਕਾਰ ਨੇ ਇਹ ਕੇਸ ਅੱਜ ਛੱਡ ਦਿੱਤਾ ਹੈ। ਕੇਸ ਦੀ ਪਹਿਲੀ ਸੁਣਵਾਈ ਵੀ ਨਹੀਂ ਹੋ ਸਕੀ ਹੈ ਤੇ ਕੇਸ ਵਾਪਸ ਲੈਣ ਤੋਂ ਬਾਅਦ ਹੁਣ ਭਾਰਤ ਸਰਕਾਰ ਦੀ, ਕੇਂਦਰ ਸਰਕਾਰ ਦੀ ਇਹਨਾਂ 3 ਸਿੱਖ ਨੌਜਵਾਨਾਂ ਨੂੰ ਭਾਰਤ ਲਿਆਉਣ ਦੀ ਜਿਹੜੀ ਉਮੀਦ ਸੀ ਉਸ ਤੇ ਪਾਣੀ ਫਿਰ ਗਿਆ ਹੈ। ਦਰਅਸਲ ਬਰਤਾਨੀਆ ਦੇ 3 ਸਿੱਖ ਨੌਜਵਾਨਾਂ ਨੂੰ ਭਾਰਤ ਹਵਾਲਗੀ ਦੇ ਵਿਰੁੱਧ ਲੜਾਈ ਦਾ ਸਾਹਮਣਾ ਕਰਨਾ ਪਿਆ ਹੈ, ਜਿੱਥੇ ਜੇ ਉਹਨਾਂ ਦੀ ਹਵਾਲਗੀ ਹੋ ਜਾਂਦੀ, ਭਾਰਤ ਸਰਕਾਰ ਹਵਾਲਗੀ ਲੈ ਲੈਂਦੀ, ਇੱਧਰ ਲੈ ਆਉਂਦੀ ਤਾਂ ਉਹਨਾਂ ਨੂੰ ਮੌਤ ਦੀ ਸਜ਼ਾ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਸੀ। ਇਕੱਠੇ ਹੋਏ ਸਿੱਖਾਂ ਨੇ ਕਿਹਾ ਹੈ ਕਿ ਬਿਲਕੁਲ ਹੀ ਬੇਬੁਨਿਆਦ ਦੋਸ਼ ਨੇ ਜਿਹੜੇ ਉਹ ਇਹਨਾਂ ਦੇ ਖਿਲਾਫ ਲਾਏ ਗਏ ਤੇ ਜਦੋਂ ਸੁਣਵਾਈ ਦਾ ਸਮਾਂ ਸੀ ਤਾਂ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖਾਂ ਨੇ ਸਵੇਰੇ ਵੈਸਟਮਿਨਿਸਟਰ ਮੈਜਿਸਟ੍ਰੇਟ ਅਦਾਲਤ ਦੇ ਬਾਹਰ ਸ਼ਾਂਤਮਈ ਰੋਸ ਮੁਜ਼ਾਹਰਾ ਕੀਤਾ। ਇਸ ਤੋਂ ਪਹਿਲਾਂ ਦਸੰਬਰ 2020 ਦੇ ਵਿੱਚ ਇਹਨਾਂ 3 ਨੌਜਵਾਨਾਂ ਦੇ ਘਰਾਂ ਦੇ ਵਿੱਚ ਵੈਸਟ ਮਿਡਲੈਂਡਸ ਦੇ ਵੱਲੋਂ ਛਾਪੇਮਾਰੀ ਕੀਤੀ ਗਈ ਸੀ। ਪ੍ਰੀਤੀ ਪਟੇਲ ਦੇ ਹੁਕਮਾਂ ਤੇ ਇਹਨਾਂ 3 ਨੂੰ ਗ੍ਰਿਫਤਾਰ ਵੀ ਕੀਤਾ ਗਿਆ ਸੀ ਤੇ ਇਹ ਕਿਹਾ ਗਿਆ ਸੀ ਕਿ ਭਾਰਤ ਇਹਨਾਂ 3 ਦੀ ਹਵਾਲਗੀ ਮੰਗ ਰਹੀ ਹੈ। 3 ਨੂੰ ਵੈਸਟਮਿਨਿਸਟਰ ਮੈਜਿਸਟ੍ਰੇਟ ਅਦਾਲਤ ਦੇ ਵਿੱਚ ਲਿਆਂਦਾ ਗਿਆ। ਭਾਰਤ ਵੱਲੋਂ ਲਾਏ ਦੋਸ਼ਾਂ ਦੀ ਜਾਣਕਾਰੀ ਦਿੱਤੀ ਗਈ। ਹਾਲਾਂਕਿ 3 ਨੂੰ ਜ਼ਮਾਨਤ ਦੇ ਦਿੱਤੀ ਗਈ ਸੀ, ਜਿਸ ਤੋਂ ਬਾਅਦ ਕੇਸ ਚੱਲਣ ਲੱਗ ਗਿਆ। ਭਾਰਤੀ ਅਧਿਕਾਰੀਆਂ ਨੇ
ਦਾਅਵਾ ਕੀਤਾ ਕਿ ਇਹ ਤਿੰਨੇ 12 ਸਾਲ ਪਹਿਲਾਂ 2009 ਦੇ ਵਿੱਚ ਹਿੰਦੂਵਾਦੀ ਕੱਟੜਪੰਥੀ ਜਿਹੜੀ ਜਥੇਬੰਦੀ ਹੈ RSS ਉਸ ਦੇ ਇੱਕ ਮੈਂਬਰ ਤੇ ਹੋਏ ਹਮਲੇ ਦੇ ਵਿੱਚ ਸ਼ਾਮਿਲ ਸਨ। ਹਾਲਾਂਕਿ ਜਦੋਂ ਘਟਨਾ ਵਾਪਰੀ ਸੀ ਉਹ ਤਾਂ ਦੇਸ਼ ਦੇ ਵਿੱਚ ਹੀ ਮੌਜੂਦ ਨਹੀਂ ਸਨ। ਇਸ ਮਾਮਲੇ ਦੇ ਵਿੱਚ ਸਿੱਖ ਭਾਈਚਾਰੇ ਨੇ ਇਕੱਠੇ ਹੋ ਕੇ ਵਿਰੋਧ ਕਰਨ ਦਾ ਫੈਸਲਾ ਲਿਆ ਤੇ ਸਿੱਖ ਭਾਈਚਾਰੇ ਨੇ ਇਲਜ਼ਾਮ ਲਾਇਆ ਕਿ ਹਵਾਲਗੀ ਦੀ ਜਿਹੜੀ ਇਹ ਕੋਸ਼ਿਸ਼ ਹੈਗੀ ਹੈ ਸਿਆਸਤ ਤੋਂ ਪ੍ਰੇਰਿਤ ਹੈ। ਇਸ ਦਾ ਟੀਚਾ ਸਿੱਖਾਂ ਨੂੰ ਚੁੱਪ ਕਰਾਉਣਾ ਸੀ। ਜਾਣਕਾਰੀ ਮਿਲੀ ਹੈ ਕਿ ਤਿੰਨੇ ਜਿਹੜੇ ਇਹ ਸਿੱਖ ਹੈਗੇ ਨੇ ਉਹਨਾਂ ਦਾ ਜਨਮ ਤੇ ਪਾਲਣ ਪੋਸ਼ਣ UK ਦੇ ਵਿੱਚ ਹੋਇਆ ਤੇ ਉਹਨਾਂ ਨੂੰ ਭਾਰਤ ਦੇ ਵਿੱਚ ਇੱਕ ਟਾਰਗੇਟਡ ਤਰੀਕੇ ਦੇ ਨਾਲ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ। ਇਹ ਤਿੰਨੇ ਨੇ ਜਿਹੜੇ ਫ੍ਰੀ ਜੱਗੀ ਨਾਓ ਮੁਹਿੰਮ ਦੇ ਨਾਲ ਜੁੜੇ ਹੋਏ ਸੀ ਤੇ ਇਸ ਮੁਹਿੰਮ ਦੇ ਨਾਲ ਜੁੜੇ 5 ਸਿੱਖਾਂ ਦੇ ਘਰਾਂ 'ਚ ਛਾਪੇਮਾਰੀ ਕੀਤੀ ਗਈ ਤੇ ਇਹਨਾਂ ਦੇ ਵਿੱਚੋਂ 2 ਨੂੰ ਸਤੰਬਰ 2018 ਦੇ ਵਿੱਚ ਵੀ ਨਿਸ਼ਾਨੇ ਤੇ ਲਿਆ ਗਿਆ ਸੀ ਤੇ ਮੀਡੀਆ ਦੇ ਮੁਤਾਬਿਕ ਇਹਨਾਂ ਦੇ ਉੱਤੇ ਜੋ ਛਾਪੇਮਾਰੀ ਕੀਤੀ ਗਈ ਹੈ ਭਾਰਤ ਦੇ ਕੂਟਨੀਤਿਕ ਦਬਾਅ ਦੇ ਕਾਰਨ ਹੋਈ। ਲੈਪਟਾਪ, ਫੋਨ ਤੇ ਹੋਰ ਨਿੱਜੀ ਵਸਤੂਆਂ ਨੇ ਜਿਹੜੀਆਂ ਉਹ ਜ਼ਬਤ ਕਰ ਲਈਆਂ ਗਈਆਂ ਸੀ। ਬੱਚਿਆਂ ਦੀਆਂ ਚੀਜ਼ਾਂ ਵੀ ਲੈ ਲਈਆਂ ਗਈਆਂ ਸੀ। 1 ਸਾਲ ਤੋਂ ਵੱਧ ਸਮੇਂ ਲਈ ਉਹਨਾਂ ਨੂੰ ਜਾਂਚ ਦੇ ਲਈ ਰੱਖਿਆ ਗਿਆ। ਦੱਸਿਆ ਗਿਆ ਕਿ ਭਾਰਤੀ ਅਧਿਕਾਰੀਆਂ ਦੇ ਵੱਲੋਂ ਜਗਤਾਰ ਸਿੰਘ ਜੌਲ ਨੂੰ ਦੋਸ਼ੀ ਠਹਿਰਾਉਣ ਦੇ ਲਈ ਇਹਨਾਂ ਦੇ ਘਰਾਂ 'ਚੋਂ ਕੋਈ ਵੀ ਇੱਕ ਸਬੂਤ ਲੱਭਣ ਦੀ, ਇੱਕ ਚੀਜ਼ ਲੱਭਣ ਦੀ ਕੋਸ਼ਿਸ਼ ਕੀਤੀ ਗਈ, ਪਰ ਛਾਪੇਮਾਰੀ ਤੋਂ ਬਾਅਦ ਗ੍ਰਿਫਤਾਰੀ ਜਾਂ ਦੋਸ਼ ਨੇ ਜਿਹੜੇ ਉਹ ਸਾਬਿਤ ਨਹੀਂ ਹੋਏ ਕਿਉਂਕਿ ਬਿਨਾਂ ਕਿਸੇ ਸਬੂਤ ਦੇ ਸਰਕਾਰ ਦੇ ਵੱਲੋਂ ਇਹ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਅਜਿਹਾ ਕਿਉਂ ਕੀਤਾ ਗਿਆ, ਇਸ ਦਾ ਜਵਾਬ ਹੈ ਜਿਹੜਾ ਉੱਥੋਂ ਦੇ ਸਿੱਖਾਂ ਕੋਲੇ ਇੱਕੋ ਹੀ ਹੈ ਕਿ ਜਾਣਬੁੱਝ ਕੇ ਸਿੱਖਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ। ਇਸ ਮੌਕੇ ਸਿੱਖ ਫੈਡਰੇਸ਼ਨ UK ਦੇ ਪ੍ਰਧਾਨ ਭਾਈ ਅਮਰੀਕ ਸਿੰਘ ਨੇ ਕੀ ਕਿਹਾ ਉਹ ਤੁਹਾਨੂੰ ਸੁਣਾਉਂਦੇ ਹਾਂ। We've just heard that the case has been dropped, so the 3 Singhs are free to return home with their wives and their children. And this is a victory not just for the 3 Sikhs, this is a victory for the entire Sikh community, and the British government who assisted the Indian government to put these things through this case have been sent a very clear message that ultimately truth will prevail. ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ। ਧੰਨਵਾਦ।